ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Students, today we read second chapter of political science. The chapter name is federalism. So let's start our lesson. While you watch the video, keep a pen, book or copy with you so you can write the difficult meaning and underline the important lines from your book. So second chapter we read the federalism. So what is federalism? In the Punjabi we say that federalism is known as ਸੰਘਵਾਦ. We also called the federalism is a mixed government. ਫੈਡਰਲਿਜ਼ਮ ਨੂੰ ਅਸੀਂ ਮਿਕਸ ਗੌਰਮੈਂਟ ਦੇ ਨਾਮ ਦੇ ਨਾਲ ਜਾਣਦੇ ਹਾਂ। ਪੰਜਾਬੀ ਮੀਨਿੰਗ ਦੇ ਵਿੱਚ ਅਸੀਂ ਇਸ ਨੂੰ ਸੰਘਵਾਦ ਬੋਲਦੇ ਹਾਂ। ਸੰਘਵਾਦ ਦਾ ਮੀਨਸ ਹੁੰਦਾ ਹੈ ਜੋ ਦੂਸਰੀਆਂ ਜਾਂ ਇੱਕ ਤੋਂ ਜ਼ਿਆਦਾ ਕੰਪੋਨੈਂਟਸ ਨੂੰ ਹੋਰਨਾਂ ਦੀ ਹੈਲਪ ਦੇ ਨਾਲ ਮਿਲ ਕੇ ਇੱਕ ਸੰਗਠਨ ਬਣਾਇਆ ਜਾਂਦਾ ਹੈ, ਜਿਸ ਦੇ ਵਿੱਚ 2 4 10 15 20 ਗਰੁੱਪ ਇਕੱਠੇ ਆਣ ਕੇ ਇੱਕ ਸੰਗਠਨ ਬਣਾ ਲੈਂਦੇ ਆਪਣੀ ਯੂਨਿਟੀ ਵਾਸਤੇ, ਆਪਣੀ ਸਟਰੈਂਥ ਵਾਸਤੇ। ਸੋ ਹੇਅਰ ਆਰ ਦਾ ਸਮ ਡਿਫੀਕਲਟ ਮੀਨਿੰਗ that we read in the chapter. You write these meanings for your help. Jurisdiction means अधिकार क्षेत्र. Interpretation means व्याख्या करना, किसी चीज़ ਨੂੰ explain करना. So as we know that India is a democratic country. In the democratic ਗੌਰਮੈਂਟ ਚੂਜ਼ਨ ਬਾਏ ਦਾ ਪੀਪਲ। ਸਾਡੇ ਜਿਸ ਤਰ੍ਹਾਂ ਇੰਡੀਆ ਵਿੱਚ ਡੈਮੋਕ੍ਰੇਟਿਕ ਲੋਕਤੰਤਰੀ ਸਰਕਾਰ ਹੈ ਜੋ ਕਿ ਲੋਕਾਂ ਵੱਲੋਂ ਖੁਦ ਚੁਣੀ ਜਾਂਦੀ ਹੈ। ਸੋ ਫੈਡਰਲਿਜ਼ਮ ਇਜ਼ ਆਲਸੋ ਏ ਟਾਈਪ ਆਫ ਗੌਰਮੈਂਟ ਐਂਡ ਆਈ ਸੇ ਡੈਟ ਇਟ ਇਜ਼ ਦਾ ਟਾਈਪ ਆਫ ਮਿਕਸਡ ਗੌਰਮੈਂਟ। ਫੈਡਰਲਿਜ਼ਮ ਵੀ ਇੱਕ ਸਰਕਾਰ ਦੀ ਕਿਸਮ ਹੈ ਔਰ ਇਸ ਨੂੰ ਮਿਕਸਡ ਗੌਰਮੈਂਟ ਵੀ ਆਖਿਆ ਜਾਂਦਾ। ਮਿਕਸਡ ਗੌਰਮੈਂਟ ਤਾਂ ਆਖਿਆ ਜਾਂਦਾ ਕਿਉਂਕਿ ਇਹ ਮਿਲੀ ਜੁਲੀ ਸਰਕਾਰ ਹੁੰਦੀ ਹੈ, ਇਸ ਦੇ ਵਿੱਚ ਇੱਕ ਤੋਂ ਜ਼ਿਆਦਾ ਸਰਕਾਰਾਂ ਕੰਮ ਕਰਦੀਆਂ ਹੈ। ਸੋ ਫੈਡਰਲਿਜ਼ਮ ਦੇ ਵਿੱਚ ਕੀ ਹੁੰਦਾ ਹੈ? ਦਾ ਪਾਵਰਸ distributed between the state and the national or other tier of the government। ਕਿ ਫੈਡਰਲਿਜ਼ਮ ਦੇ ਵਿੱਚ ਸਟੇਟ ਇੱਕ ਦੇਸ਼ ਦੇ ਵਿੱਚ ਪਾਈਆਂ ਜਾਣੀਆਂ ਸਟੇਟਸ, ਡਿਸਟ੍ਰਿਕਟ ਜਾਂ ਲੋਕਲ ਗੌਰਮੈਂਟਸ ਜਿੰਨੀਆਂ ਵੀ ਹੁੰਦੀਆਂ ਨੇ ਉਹਨਾਂ ਸਾਰੀਆਂ ਦੇ ਵਿੱਚ ਪਾਵਰਸ ਡਿਸਟਰੀਬਿਊਟ ਕੀਤੀਆਂ ਹੁੰਦੀਆਂ ਨੇ। ਪਾਵਰ ਡਿਸਟਰੀਬਿਊਟ ਕਰਨ ਦਾ ਮਤਲਬ ਉਹਨਾਂ ਦੇ ਵਿਚਕਾਰ ਕੰਮ ਆਪਣਾ ਜੋ ਵੀ ਉਹ ਵਰਕ ਕਰਨਾ ਹੈ ਸਾਰਾ ਕੁਝ ਡਿਸਟਰੀਬਿਊਟ ਕੀਤਾ ਹੈ ਔਰ ਉਸ ਵਰਕ ਨੂੰ ਕਰਨ ਵਾਸਤੇ ਉਹਨਾਂ ਕੋਲ ਰਾਈਟਸ ਕੀ ਆ, ਅਧਿਕਾਰ ਕੀ ਉਹ ਸਾਰਾ ਕੁਛ ਕੌਨਸਟੀਟਿਊਸ਼ਨ ਦੇ ਅਨੁਸਾਰ ਡਿਸਟਰੀਬਿਊਟ ਕੀਤਾ ਗਿਆ ਹੈ। ਚੈਪਟਰ ਨੇਮ ਇਜ਼ ਫੈਡਰਲਿਜ਼ਮ ਐਂਡ ਦਿਸ ਇਜ਼ ਦਾ ਡੈਫੀਨੇਸ਼ਨ ਐਂਡ ਦਾ ਓਰੀਜਨ ਆਫ ਦਾ ਵਰਡ ਫਰੋਮ ਵੇਅਰ ਵੀ ਟੇਕਨ ਦਾ ਵਰਡ ਫੈਡਰਲਿਜ਼ਮ। ਓਰੀਜਨ ਮੀਨਸ ਇਸ ਵਰਡ ਦਾ ਜਨਮ ਕਿੱਥੋਂ ਹੋਇਆ? ਲੈਟਿਨ ਵਰਡ ਫॉर ਦਿਸ ਮੀਨਸ ਟ੍ਰੀਟੀ ਔਰ ਕਨਵੈਨੈਂਟ। ਕਹਿੰਦੇ ਫੈਡਰਲਿਜ਼ਮ ਵਰਡ ਲੈਟਿਨ ਭਾਸ਼ਾ ਦੇ ਸ਼ਬਦ ਫੋਰਡਿਸ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੁੰਦਾ ਹੈ ਟ੍ਰੀਟੀ ਔਰ ਕਨਵੈਨੈਂਟ। ਕਨਵੈਨੈਂਟ ਮਤਲਬ ਹੁੰਦਾ ਹੈ ਸਮਝੌਤਾ, ਐਗਰੀਮੈਂਟ। ਟ੍ਰੀਟੀ ਦਾ ਮਤਲਬ ਹੁੰਦਾ ਹੈ ਸੰਧੀ। ਸੋ ਲੈਟਿਨ ਭਾਸ਼ਾ ਦੇ ਸ਼ਬਦ ਫੋਰਡਿਸ ਦੇ ਅਨੁਸਾਰ ਫੈਡਰਲਿਜ਼ਮ ਦਾ ਮਤਲਬ ਹੈ ਕਿ ਦੋ ਧਿਰਾਂ ਦੇ ਵਿਚਕਾਰ ਸਮਝੌਤਾ ਜਾਂ ਇੱਕ ਸੰਧੀ। ਸਾਨੂੰ ਪਤਾ ਕਿ ਅਸੀਂ ਕਿਸੇ ਦੇ ਨਾਲ ਕੋਈ ਸਮਝੌਤਾ ਕਰਨਾ ਹੈ ਜਾਂ ਸੰਧੀ ਕਰਨੀ ਹੈ, ਉਸ ਦੇ ਵਿੱਚ ਕੀ ਕੀਤਾ ਜਾਂਦਾ ਹੈ? ਸਾਡੇ ਵੱਲੋਂ ਕੁਝ ਆਪਣੀਆਂ ਉਹਨਾਂ ਨੂੰ ਕੰਡੀਸ਼ਨਸ, ਸ਼ਰਤਾਂ ਜਿਹੜੀਆਂ ਮਨਵਾਈਆਂ ਜਾਂਦੀਆਂ ਨੇ ਔਰ ਕੁਝ ਸ਼ਰਤਾਂ ਉਹਨਾਂ ਦੀਆਂ ਫੋਲੋ ਕੀਤੀਆਂ ਜਾਂਦੀਆਂ, ਐਕਸੈਪਟ ਕਰ ਲਈਆਂ ਜਾਂਦੀਆਂ। ਨੈਕਸਟ ਆ ਜਾਂਦਾ ਹੈ ਮੀਨਿੰਗ ਕਿ ਫੈਡਰਲਿਜ਼ਮ ਦਾ ਮੀਨਿੰਗ ਕੀ ਹੈ? ਫੈਡਰਲਿਜ਼ਮ ਇਜ਼ ਏ ਸਿਸਟਮ ਆਫ ਗੌਰਮੈਂਟ in which the power is divided between a central authority and various constituent units of the country। constituent ਹੁੰਦਾ ਹੈ ਹਲਕੇ, ਕਿ ਦੇਸ਼ ਦੇ ਵਿੱਚ ਜੋ ਵੀ ਹਲਕੇ ਜਾਂ ਅਦਰ ਟਾਈਪਸ ਆਫ ਗੌਰਮੈਂਟਸ ਪਾਈਆਂ ਜਾਂਦੀਆਂ ਉਹਨਾਂ ਸਾਰਿਆਂ ਵਿਚਕਾਰ ਪਾਵਰਸ ਡਿਸਟਰੀਬਿਊਟ ਕਰਨੀਆਂ। ਅਕੋਰਡਿੰਗ ਟੂ ਦਾ ਡੈਫੀਨੇਸ਼ਨ ਕਿ ਫੈਡਰਲਿਜ਼ਮ ਇੱਕ ਅਜਿਹਾ ਸਰਕਾਰ ਦਾ ਸਿਸਟਮ ਹੈ, ਪ੍ਰਬੰਧ ਹੈ ਜਿਸ ਦੇ ਵਿੱਚ ਸੈਂਟਰ ਗੌਰਮੈਂਟ ਔਰ ਉਸ ਦੇਸ਼ ਦੇ ਵਿੱਚ ਪਾਏ ਜਾਣ ਵਾਲੇ ਹੋਰ ਹਲਕੇ ਅਤੇ ਹੋਰ ਟਾਈਪਸ ਦੇ ਗੌਰਮੈਂਟ ਦੇ ਲੈਵਲਸ ਦੇ ਵਿਚਕਾਰ ਸ਼ਕਤੀਆਂ ਦੀ ਬਰਾਬਰ ਵੰਡ ਕਰ ਲਈ ਜਾਂਦੀ ਹੈ। ਕੰਪੋਨੈਂਟ ਮੀਨਸ ਇਹਦੇ ਵਿੱਚ ਸ਼ਾਮਲ ਕੀ ਹੁੰਦਾ ਹੈ? ਕੀ ਕੰਪੋਨੈਂਟਸ ਨੇ ਇਹਦੇ? ਡਿਸਟਰੀਬਿਊਸ਼ਨ ਆਫ ਪਾਵਰਸ ਮਤਲਬ ਦੋ ਤਰ੍ਹਾਂ ਦੀਆਂ ਡਬਲ ਕਹਿ ਸਕਦੇ ਹਾਂ, ਪੋਲੀਟੀ ਡਬਲ ਰਾਜਨੀਤੀ ਹੁੰਦੀ ਹੈ ਕਿ ਜਿਸ ਦੇ ਵਿਚਕਾਰ ਪਾਵਰਸ ਡਿਸਟਰੀਬਿਊਟ ਕਰ ਲਈਆਂ ਜਾਂਦੀਆਂ ਨੇ। ਰਿਟਨ ਕੌਨਸਟੀਟਿਊਸ਼ਨ ਕਹਿੰਦੇ ਇਸ ਫੈਡਰਲਿਜ਼ਮ ਸਰਕਾਰ ਦੇ ਅਨੁਸਾਰ ਜਿਸ ਵੀ ਦੇਸ਼ ਨੇ ਫੈਡਰਲਿਜ਼ਮ ਅਡੋਪਟ ਕੀਤੀ ਹੈ, ਇਹ ਸਰਕਾਰ ਬਣਾਈ ਹੈ, ਉਸ ਦੇਸ਼ ਦੇ ਵਿੱਚ ਰਿਟਨ ਕੌਨਸਟੀਟਿਊਸ਼ਨ ਲਿਖਤੀ ਸੰਵਿਧਾਨ ਹੁੰਦਾ ਹੈ। ਕਿਉਂਕਿ ਲਿਖਤੀ ਸੰਵਿਧਾਨ ਦਾ ਮਤਲਬ ਕਿ ਜੋ ਵੀ ਸਾਡੇ ਦੇਸ਼ ਦੇ ਕਾਨੂੰਨ ਲਾਓ ਇੰਪਲੀਮੈਂਟ ਕੀਤੇ ਜਾਣੇ ਉਹਨਾਂ ਸਾਰਿਆਂ ਨੂੰ ਰਿਟਨ ਫਾਰਮ ਦੇਣਾ, ਨਾ ਕਿ ਐਂਸ਼ੀਅੰਟ ਟਾਈਮ ਵਾਂਗ ਰਾਜਿਆਂ ਨੇ ਜੋ ਕਹਿ ਦਿੱਤਾ ਉਹੀ ਕਾਨੂੰਨ ਦਾ ਹੈ। ਨਹੀਂ, ਸਾਡੇ ਦੇਸ਼ ਵਿੱਚ ਜਾਂ ਕਿਸੇ ਵੀ ਇੱਕ ਡੈਮੋਕ੍ਰੇਟਿਕ ਔਰ ਫੈਡਰਲਿਜ਼ਮ ਕੰਟਰੀ ਵਿੱਚ ਇਸ ਤਰ੍ਹਾਂ ਨਹੀਂ ਆ। ਹਰੇਕ ਦੇਸ਼ ਨੇ ਆਪਣੇ ਜੋ ਵੀ ਕਾਨੂੰਨਸ ਇੰਪਲੀਮੈਂਟ ਕੀਤੇ ਆ ਜਾਂ ਕਰਨੇ ਆ ਉਹ ਸਾਰਿਆਂ ਨੂੰ ਰਿਟਨ ਫਾਰਮ ਦਿੱਤੀ ਜਾਂਦੀ ਹੈ। ਜਦ ਕਿ ਰਾਜ ਵੱਲੋਂ ਜੋ ਵੀ ਸ਼ਬਦ ਬੋਲਿਆ ਜਾਂਦਾ ਸੀ
ਉਹੀ ਲਾਅ ਦੇ ਤੌਰ 'ਤੇ ਇੰਪਲੀਮੈਂਟ ਕਰ ਦਿੱਤਾ ਜਾਂਦਾ ਸੀ ਆਪਣੇ ਰੀਜਨ ਦੇ ਵਿੱਚ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਸੁਪਰਮੈਸੀ ਆਫ ਦਾ ਕੌਨਸਟੀਟਿਊਸ਼ਨ, ਕਿ ਸੰਵਿਧਾਨ ਦੀ ਸਰਵਉੱਚਤਾ। ਸੁਪਰਮੈਸੀ ਹੁੰਦਾ ਹੈ ਸਰਵਉੱਚਤਾ, ਕਿ ਜਿਸ ਦੇਸ਼ ਦੇ ਵਿੱਚ ਫੈਡਰਲਿਜ਼ਮ ਹੈ ਉਸ ਦੇਸ਼ ਦਾ PM ਪ੍ਰਧਾਨ ਮੰਤਰੀ ਜਾਂ ਪ੍ਰੈਜ਼ੀਡੈਂਟ ਔਰ CM ਐਕਸੈਟਰਾ ਕੋਈ ਵੀ ਸਰਵ ਉੱਚ ਨਹੀਂ ਮੰਨਿਆ ਜਾਏਗਾ। ਸਭ ਤੋਂ ਉੱਚੀ ਪਦਵੀ, ਸਭ ਤੋਂ ਉੱਚਾ ਰੈਂਕ ਸੰਵਿਧਾਨ ਦਾ ਹੋਏਗਾ। ਜੋ ਕੌਨਸਟੀਟਿਊਸ਼ਨ ਕਹਿਤਾ ਉਸੇ ਚੀਜ਼ ਨੂੰ ਫੋਲੋ ਕੀਤਾ ਜਾਏਗਾ। ਰਿਗਡਿਟੀ ਆਫ ਦਾ ਕੌਨਸਟੀਟਿਊਸ਼ਨ, ਰਿਗਡਿਟੀ ਦਾ ਮੀਨਿੰਗ ਹੁੰਦਾ ਹੈ ਸਾਡੇ ਕੋਲ ਕਿ ਸਖਤ, ਕੋਈ ਚੀਜ਼ ਕਠੋਰ ਹੈ ਨਾ ਜਿਸ ਨੂੰ ਜਲਦੀ ਬਦਲਾਇਆ ਨਾ ਜਾ ਸਕੇ। ਕਹਿੰਦੇ ਇਸ ਤਰ੍ਹਾਂ ਦੀ ਗੌਰਮੈਂਟ ਦੇ ਵਿੱਚ ਸੰਵਿਧਾਨ ਸਖਤ ਹੁੰਦਾ ਹੈ ਜਿਸ ਨੂੰ ਕਿ ਯੂਨੀਲੈਟਰਲ ਮਤਲਬ ਇੱਕ ਪਾਸੇ ਵੱਲੋਂ ਨਹੀਂ ਬਦਲਾਇਆ ਜਾ ਸਕਦਾ। ਕਹਿਣ ਦਾ ਭਾਵ ਕਿ ਸੈਂਟਰ ਗੌਰਮੈਂਟ ਇਕੱਲੀ ਬਿਨਾਂ ਸਟੇਟ ਗੌਰਮੈਂਟ ਦੀ ਹੈਲਪ ਤੋਂ ਸੰਵਿਧਾਨ ਦੇ ਵਿੱਚ ਕੋਈ ਵੀ ਅਮੈਂਡਮੈਂਟ ਸੋਧ ਨਹੀਂ ਕਰ ਸਕਦੀ। ਨਾ ਕੋਈ ਪੁਰਾਣਾ ਕਾਨੂੰਨ ਹਟਾਇਆ ਜਾ ਸਕਦਾ ਹੈ, ਨਾ ਕੋਈ ਨਵਾਂ ਲਾਅ ਇਸ ਦੇ ਵਿੱਚ ਐਡ ਕੀਤਾ ਜਾ ਸਕਦਾ ਹੈ ਵਿਦਆਊਟ ਦਾ ਹੈਲਪ ਆਫ ਸਟੇਟ ਗੌਰਮੈਂਟ ਔਰ ਅਦਰ ਗੌਰਮੈਂਟਸ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਅਥਾਰਟੀ ਆਫ ਦਾ ਕੋਰਟਸ, ਇੰਟਰਪ੍ਰੀਟੇਸ਼ਨ ਬਾਏ ਦਾ ਜੁਡੀਸ਼ਰੀ। ਇਸ ਪੁਆਇੰਟ ਨੂੰ ਸਮਝਣ ਦਾ ਭਾਵ ਇਹ ਆ ਕਿ ਜਦੋਂ ਸਟੇਟ ਗੌਰਮੈਂਟ ਔਰ ਸੈਂਟਰ ਗੌਰਮੈਂਟ ਕੁਛ ਵਰਕ ਕਰਦੀਆਂ ਪਈਆਂ ਹੈ, ਉਹਨਾਂ ਦੋਨਾਂ ਦੇ ਵਿਚਕਾਰ ਕਿਸੇ ਲਾਅ ਨੂੰ ਲੈ ਕੇ, ਕਿਸੇ ਵਰਕ ਨੂੰ ਲੈ ਕੇ ਕੌਨਫਲਿਕਟ ਹੋ ਜਾਂਦਾ ਹੈ, ਝਗੜਾ ਹੋ ਜਾਂਦਾ ਹੈ। ਅਤੇ ਅਜਿਹੀ ਹਾਲਤ ਦੇ ਵਿੱਚ ਦੋਨੋਂ ਗੌਰਮੈਂਟਸ ਕੋਰਟ ਦੇ ਕੋਲ ਜਾ ਸਕਦੀਆਂ ਹੈ। ਉੱਥੇ ਜੱਜ ਵੱਲੋਂ ਕਾਨੂੰਨ ਦੀ ਆਪਣੇ ਤੌਰ 'ਤੇ ਇੰਟਰਪ੍ਰੀਟੇਸ਼ਨ ਵਿਆਖਿਆ ਕੀਤੀ ਜਾਏਗੀ ਕਿ ਜਿਹੜੇ ਵਰਕ ਨੂੰ ਲੈ ਕੇ ਤੁਸੀਂ ਜਿਹੜੇ ਕਾਰਜ ਨੂੰ ਲੈ ਕੇ ਲੜਦੇ ਪਏ ਜੇ, ਅਸਲ ਦੇ ਵਿੱਚ ਇਹ ਵਰਕ ਸੈਂਟਰ ਗੌਰਮੈਂਟ ਦੇ ਅਧਿਕਾਰ ਖੇਤਰ ਵਿੱਚ ਆ, ਸੈਂਟਰ ਗੌਰਮੈਂਟ ਨੇ ਇਹ ਵਰਕ ਕਰਨਾ ਹੈ ਜਾਂ ਇਹ ਵਰਕ ਸਟੇਟ ਗੌਰਮੈਂਟ ਨੇ ਕਰਨਾ ਹੈ। ਸੋ ਕਹਿ ਸਕਦੇ ਹਾਂ ਕਿ ਜੋ ਵੀ ਜੱਜ ਨੇ ਫੈਸਲਾ ਦਿੱਤਾ ਉਹੀ ਫੈਸਲਾ ਦੋਨੋਂ ਗੌਰਮੈਂਟਸ ਨੂੰ ਫੋਲੋ ਕਰਨਾ ਪਏਗਾ। ਸੋ ਇਨ ਦਾ ਫਸਟ ਚੈਪਟਰ ਆਫ ਦਾ ਪੋਲੀਟੀਕਲ ਸਾਇੰਸ ਯੂ ਰੀਡ ਅਬਾਊਟ ਦਾ ਪਾਵਰ ਸ਼ੇਅਰਿੰਗ, ਵਾਈ ਵੀ ਨੀਡ ਪਾਵਰ ਸ਼ੇਅਰਿੰਗ and how we can share powers between different organs and different levels of governments। ਫਸਟ ਲੈਸਨ ਦੇ ਵਿੱਚ ਅਸੀਂ ਇਹੀ ਪੜ੍ਹਿਆ ਕਿ ਸਾਨੂੰ ਪਾਵਰ ਸ਼ੇਅਰ ਕਰਨ ਦੀ ਲੋੜ ਕਿਉਂ ਆ, ਅਸੀਂ ਪਾਵਰ ਸ਼ੇਅਰ ਕਿਵੇਂ ਕਰ ਸਕਦੇ ਹਾਂ। There we read two types of method with which we can share our powers। First is horizontal power sharing, second is vertical power sharing। For your recalls, here I again write the ਹੋਰੀਜੈਂਟਲ ਪਾਵਰ ਸ਼ੇਅਰਿੰਗ ਮੈਥਡ। ਹੋਰੀਜੈਂਟਲ ਪਾਵਰ ਸ਼ੇਅਰਿੰਗ ਮੈਥਡ ਕੀ ਸੀ? ਇਸ ਦੇ ਵਿੱਚ ਇੱਕ ਗੌਰਮੈਂਟ ਆਪਣੇ ਅਲੱਗ-ਅਲੱਗ ਔਰਗਨਸ, ਮਤਲਬ ਆਪਣੇ ਨਾਲ ਕੰਮ ਕਰਨ ਵਾਲੇ ਅੰਗ ਹੁੰਦੇ, ਔਰਗਨਸ ਅਲੱਗ-ਅਲੱਗ ਕੰਮ ਕਰਨ ਵਾਲੇ ਜੋ ਅੰਗ ਨੇ, ਔਰਗਨਸ ਨੇ, ਉਸ ਦੇ ਵਿਚਕਾਰ ਪਾਵਰ ਸ਼ੇਅਰ ਕੀਤੀ ਜਾਂਦੀ ਹੈ। ਗੌਰਮੈਂਟ ਦੇ ਔਰਗਨਸ ਕੀ ਹੁੰਦੀ ਹੈ? ਲੈਜਿਸਲੇਚਰ, ਐਕਸੀਕਿਊਟਿਵ ਐਂਡ ਜੁਡੀਸ਼ਰੀ। ਲੈਜਿਸਲੇਚਰ ਦਾ ਮੀਨਿੰਗ ਕੀ ਹੈ? ਵਿਧਾਨ ਪਾਲਿਕਾ। ਵਿਧਾਨ ਪਾਲਿਕਾ ਦਾ ਵਰਕ ਹੈ ਕਿ ਕਾਨੂੰਨ ਬਣਾਉਣਾ। ਐਕਸੀਕਿਊਟਿਵ ਕਾਰਜਪਾਲਿਕਾ। ਕਾਰਜਪਾਲਿਕਾ ਦਾ ਕੰਮ ਹੈ ਕਿ ਜੋ ਕਾਨੂੰਨ ਲਾਅ ਲੈਜਿਸਲੇਚਰ ਨੇ ਬਣਾਇਆ ਹੈ, ਫਾਰਮ ਕੀਤਾ ਹੈ, ਉਸ ਨੂੰ ਐਕਸੀਕਿਊਟਿਵ ਇੰਪਲੀਮੈਂਟ ਕਰੇਗੀ, ਲਾਗੂ ਕਰੇਗੀ। ਜੁਡੀਸ਼ਰੀ ਦਾ ਮੀਨਿੰਗ ਹੁੰਦਾ ਹੈ ਨਿਆਂਪਾਲਿਕਾ। ਨਿਆਂਪਾਲਿਕਾ ਦਾ ਵਰਕ ਹੈ ਕਿ ਜੋ ਵੀ ਕਾਨੂੰਨ ਇੰਪਲੀਮੈਂਟ ਕੀਤਾ ਗਿਆ ਹੈ ਉਸ ਦੀ ਨਿਗਰਾਨੀ ਕਰਨਾ ਕਿ ਲੋਕੀ ਉਸ ਕਾਨੂੰਨ ਨੂੰ ਫੋਲੋ ਕਰ ਰਹੇ ਆ ਜਾਂ ਨਹੀਂ ਕਰ ਰਹੇ। ਅਗਰ ਨਹੀਂ ਕਰ ਰਹੇ ਅਤੇ ਨਾਲ ਦੇ ਸੰਬੰਧਿਤ ਅਧਿਕਾਰੀ ਜਿਨ੍ਹਾਂ ਦੀ ਰਿਸਪੋਂਸੀਬਿਲਿਟੀ ਹੈ ਕਾਨੂੰਨ ਨੂੰ ਇੰਪਲੀਮੈਂਟ ਕਰਵਾਉਣ ਦੀ ਜਾਂ ਕਾਨੂੰਨ ਦੀ ਰੱਖਿਆ ਕਰਨ ਦੀ, ਉਹਨਾਂ ਨੂੰ ਇੰਸਟਰਕਸ਼ਨ ਦੇਣੀਆਂ ਔਰ ਇੰਪਲੀਮੈਂਟ ਕੀਤੇ ਗਏ ਕਾਨੂੰਨ ਦੀ ਰੱਖਿਆ ਕਰਨੀ ਔਰ ਉਸ ਨੂੰ ਫੋਲੋ ਕਰਨ ਵਾਸਤੇ ਕੰਪੈਲ ਕਰਨਾ ਲੋਕਾਂ ਨੂੰ, ਔਰ ਲੋਕਾਂ ਨੂੰ ਉਹ ਲਾਅ ਫੋਲੋ ਕਰਵਾਉਣਾ। ਸੋ ਦਿਸ ਕਾਈਂਡ ਆਫ ਪਾਵਰਸ ਵੀ ਕੈਨ ਹੋਰੀਜੈਂਟਲ ਪਾਵਰ ਸ਼ੇਅਰਿੰਗ। ਇਸ ਤਰੀਕੇ ਦੇ ਨਾਲ ਜੋ ਵੀ ਅਸੀਂ ਪਾਵਰ ਸ਼ੇਅਰ ਕਰਦੇ ਹਾਂ ਗੌਰਮੈਂਟ ਦੇ ਔਰਗਨਸ ਦੇ ਵਿਚਕਾਰ, ਉਹਨਾਂ ਨੂੰ ਅਸੀਂ ਹੋਰੀਜੈਂਟਲ ਪਾਵਰ ਸ਼ੇਅਰਿੰਗ ਬੋਲਦੇ ਹਾਂ। ਬਟ ਟੂਡੇ ਵੀ ਡਿਸਕਸ vertical power sharing and today we main focus on the vertical distribution of power। According to first lesson, vertical power sharing means share power between the different tier of governments, ਕਿ ਅਲੱਗ-ਅਲੱਗ ਗੌਰਮੈਂਟਸ ਦੇ ਜੋ ਲੈਵਲਸ ਜਾਂ ਟਾਇਰਸ ਨੇ ਉਹਨਾਂ ਦੇ ਵਿਚਕਾਰ ਪਾਵਰਸ ਡਿਸਟਰੀਬਿਊਟ ਕਰਨਾ। ਲਾਈਕ ਯੂਨੀਅਨ ਸੈਂਟਰਲ, ਮਤਲਬ ਸੈਂਟਰ ਕੁਝ ਪਾਵਰਸ ਵਰਕ ਕਰਨੀਆਂ ਪਾਵਰਸ ਸੈਂਟਰ ਗੌਰਮੈਂਟ ਨੂੰ ਦੇਣੀਆਂ, ਕੁਝ ਪਾਵਰਸ ਸਟੇਟ ਗੌਰਮੈਂਟਸ ਨੂੰ ਦੇਣੀਆਂ, ਕੁਝ ਪਾਵਰਸ ਮਿਊਨਿਸਪੈਲਿਟੀ ਜਾਂ ਪੰਚਾਇਤੀ। ਹੇਅਰ ਵੀ ਆਲਸੋ ਰਾਈਟ ਫਾਰ ਈਜ਼ੀ ਲੋਕਲ ਗੌਰਮੈਂਟਸ। ਲੋਕਲ ਗੌਰਮੈਂਟ ਕਹਿਣ ਦਾ ਭਾਵ ਕਿ ਥਰਡ ਟਾਇਰਸ ਲੋਕਲ ਗੌਰਮੈਂਟ ਨੂੰ ਪਾਵਰਸ ਦੇ ਦੇਣੀਆਂ ਵਰਕ ਕਰਨ ਦੀਆਂ। ਸੋ ਦੇਖੋ ਇੱਥੇ ਹੁਣ ਥਰੀ ਟਾਇਰਸ ਆ ਗਏ। ਇੱਥੇ ਤਾਂ ਅਸੀਂ ਇੰਡੀਆ ਦੀ ਐਗਜ਼ਾਮਪਲ ਲਈਏ ਕਿ ਇੰਡੀਆ ਦੇ ਵਿੱਚ 3 ਲੈਵਲਸ ਗੌਰਮੈਂਟ ਹੈ, ਸੈਂਟਰਲ ਗੌਰਮੈਂਟ, state government or local government। But in some country there are only 2 types government,
central government and state government. There is no local government or municipalities. This is dependent on the nature of the country and according to the population or distribution of the regions. So in India there are three types of governments. On the very first page they again explain us the example of Sri Lanka and Belgium country. We read in the first chapter that in Belgium there are different kinds of people who speak Dutch language, French language and German language. Here I read the percentage of the people who speak different languages. D refer for the Dutch, F for French and G for refer for German language. So we read there in Belgium 59% people speak Dutch language, 40% people speak French language and 1% people speak German language. So if we see in whole country these people are in majority कि 59% ਲੋਕ ਜੋ ਡੱਚ ਲੈਂਗੁਏਜ ਬੋਲਦੇ ਪਏ ਆ ਉਹ ਮੈਜੋਰਟੀ ਦੇ ਵਿੱਚ ਆ ਔਰ 40% ਪੀਪਲਸ ਫਰੈਂਚ ਜੋ ਫਰੈਂਚ ਲੈਂਗੁਏਜ ਬੋਲਦਾ ਉਹ ਮਿਨੋਰਟੀ ਦੇ ਵਿੱਚ ਮਤਲਬ ਡੱਚ ਪੀਪਲਸ ਤੋਂ ਘੱਟ ਆ। ਸਭ ਤੋਂ ਘੱਟ ਤੇ ਜਰਮਨ ਲੋਕ ਆ ਜੋ 1% ਜਰਮਨ ਲੈਂਗੁਏਜ ਬੋਲਦੇ ਆ। ਸੋ ਅਜਿਹੀ ਹਾਲਤ ਦੇ ਵਿੱਚ ਅਗਰ ਇੱਕ ਹੀ ਕੰਟਰੀ ਦੇ ਵਿੱਚ ਅਲੱਗ-ਅਲੱਗ ਰਿਲੀਜੀਅਸ ਨੂੰ ਅਲੱਗ-ਅਲੱਗ ਕਲਚਰ ਲੈਂਗੁਏਜ ਨੂੰ ਫੋਲੋ ਕਰਨ ਵਾਲੇ ਪੀਪਲਸ ਹੋਣ ਅਤੇ ਉੱਥੇ ਡੈਫੀਨੇਟਲੀ ਡਿਸਪਿਊਟ ਦੇ ਚਾਂਸਿਸ ਜਿਹੜੇ ਆ ਇਨਕਰੀਜ਼ ਹੋ ਜਾਂਦੇ, ਝਗੜੇ ਦੇ ਚਾਂਸ ਵੱਧ ਜਾਂਦੇ ਆ। ਸੋ ਬਿਫੋਰ ਦਾ 1960 ਟੈਂਸ਼ਨ ਆਲਸੋ ਐਮਰਜ ਇਨ ਦਿਸ ਰੀਜਨ। 1960 ਤੋਂ ਪਹਿਲਾਂ ਇਸ ਰੀਜਨ ਇਸ ਖੇਤਰ ਦੇ ਵਿੱਚ ਟੈਂਸ਼ਨ 'ਚ ਚਿੰਤਾ ਦੇ ਹਾਲਾਤ ਬਣੇ ਰਹੇ ਕਿਉਂਕਿ ਇਹ ਦੋਨੋਂ ਕਮਿਊਨਿਟੀ ਕੰਟਰੀ ਦੇ ਉੱਪਰ ਆਪਣਾ ਹੱਕ ਜਤਾਉਂਦੀਆਂ ਸੀ। ਡੱਚ ਕਹਿੰਦੇ ਸੀ ਕਿ ਅਸੀਂ ਜ਼ਿਆਦਾ ਗਿਣਤੀ ਦੇ ਵਿੱਚ ਆ, ਸਾਡਾ ਦੇਸ਼ ਦਾ ਰਾਜ ਪ੍ਰਬੰਧ ਸਾਡੇ ਹੱਥਾਂ ਵਿੱਚ ਚਾਹੀਦਾ ਹੈ। ਫਰੈਂਚ ਆਪਣੀ ਇੰਟੈਲੀਜੈਂਸੀ ਦਾ ਕਰਕੇ ਕੰਟਰੀ ਦਾ ਐਡਮਿਨਿਸਟ੍ਰੇਸ਼ਨ ਮੈਨੇਜਮੈਂਟ ਆਪਣੇ ਹੱਥਾਂ ਦੇ ਵਿੱਚ ਚਾਹੁੰਦੇ ਸੀ। ਸੋ 1960 ਤੱਕ ਕੌਨਸਟੀਟਿਊਸ਼ਨ ਦੇ ਅਨੁਸਾਰ ਇਸ ਕੰਟਰੀ ਦੇ ਵਿੱਚ ਸੈਂਟਰਲ ਗੌਰਮੈਂਟ ਸੀ, ਇੱਕੋ ਹੀ ਗੌਰਮੈਂਟ ਸੀ ਜੋ ਸੈਂਟਰਲ ਗੌਰਮੈਂਟ ਸੀ। ਔਰ 1960 ਤੋਂ ਬਾਅਦ ਇਸ ਕੰਟਰੀ ਦੇ ਕੌਨਸਟੀਟਿਊਸ਼ਨ ਦੇ ਵਿੱਚ ਅਲੱਗ-ਅਲੱਗ ਅਮੈਂਡਮੈਂਟ ਕੀਤੀਆਂ ਗਈਆਂ, 4 ਟਾਈਮਸ ਅਮੈਂਡਮੈਂਟ ਕੀਤੀਆਂ ਗਈਆਂ, ਸੋਧ ਕੀਤੀ ਗਈ ਔਰ ਉਸ ਸੋਧ ਦੇ ਅਨੁਸਾਰ ਇੱਥੋਂ ਦੀ ਟੈਂਸ਼ਨ ਨੂੰ, ਇੱਥੋਂ ਦੇ ਚਿੰਤਾਜਨਕ ਜੋ ਹਾਲਾਤ ਸੀ ਉਹਨਾਂ ਨੂੰ ਦੂਰ ਕਰ ਦਿੱਤਾ ਗਿਆ। ਦੂਰ ਕਿਵੇਂ ਕੀਤਾ ਗਿਆ? ਐਗਜ਼ਾਮਪਲ ਲੈ ਲਓ ਕਿ ਇੱਥੇ ਹੁਣ ਸੈਂਟਰਲ ਗੌਰਮੈਂਟ ਦੇ ਵਿੱਚ 100 ਮਿਨਿਸਟਰ ਸਨ। ਕੀ ਕੀਤਾ ਗਿਆ? ਇੱਕ ਐਗਰੀਮੈਂਟ ਦੇ ਅਨੁਸਾਰ 50 ਮਿਨਿਸਟਰ ਡੱਚ ਲੈਂਗੁਏਜ ਵਾਲੇ ਲੈ ਲਏ ਗਏ, 50 ਮਿਨਿਸਟਰ ਫਰੈਂਚ ਲੈਂਗੁਏਜ ਵਾਲੇ ਲੈ ਲਏ ਗਏ। ਮਤਲਬ ਉਹਨਾਂ ਦੀ ਪੋਪੂਲੇਸ਼ਨ ਦੇ ਆਧਾਰ 'ਤੇ ਇਹਨਾਂ ਦੀ ਡਿਸਟਰੀਬਿਊਸ਼ਨ ਨਹੀਂ ਕੀਤੀ। ਇਹਨਾਂ ਨੇ ਇੱਕ ਐਗਰੀਮੈਂਟ ਕਰ ਲਿਆ ਕਿ ਚਲੋ ਅਸੀਂ ਆਪਣੇ ਏਰੀਏ ਦੇ ਵਿੱਚ ਪੀਸ ਵਾਸਤੇ, ਸ਼ਾਂਤੀ ਵਾਸਤੇ ਇਸ ਐਗਰੀਮੈਂਟ ਦੇ ਨਾਲ ਸਹਿਮਤ ਹੋ ਕੇ ਦੇਸ਼ ਦੇ ਵਿੱਚ ਇੱਕ ਇਕੱਠੀ ਰਲ ਕੇ ਸਰਕਾਰ ਬਣਾ ਲੈਂਦੇ ਹਾਂ ਜਿਸ ਦੇ ਵਿੱਚ ਸਾਡੇ ਰਿਪਰੈਜੈਂਟੇਟਿਵ, ਸਾਡੇ ਮੰਤਰੀ ਇੱਕ ਬਰਾਬਰ ਗਿਣਤੀ ਦੇ ਵਿੱਚ ਹੋਣਗੇ। ਸੋ ਇਸ ਤਰੀਕੇ ਨਾਲ ਸੈਂਟਰ ਦੇ ਵਿੱਚ ਇੱਕ ਹੀ ਸਰਕਾਰ ਬਣਾਈ ਗਈ ਜਿਸ ਦੇ ਵਿੱਚ ਦੋਨੋਂ ਲੈਂਗੁਏਜ ਬੋਲਣ ਵਾਲੇ ਪੀਪਲਸ ਲੈ ਲਏ ਗਏ। ਪਰ ਇੱਥੋਂ ਦੀ ਕੈਪੀਟਲ ਦੇ ਵਿੱਚ ਕੰਡੀਸ਼ਨ ਬਿਲਕੁਲ ਅਲੱਗ ਸੀ, ਬਿਲਕੁਲ ਓਪੋਜਿਟ ਕੰਡੀਸ਼ਨ ਹੀ। ਓਪੋਜਿਟ ਕੀ ਸੀ ਕਿ ਇਹਨਾਂ ਦੀ ਜੋ ਕੈਪੀਟਲ ਸੀ ਬਰਸਲ ਦੇ ਵਿੱਚ 80% ਪੀਪਲਸ ਫਰੈਂਚ ਲੈਂਗੁਏਜ ਬੋਲਦੇ ਸੀ। ਜੋ ਪੂਰੇ ਕੰਟਰੀ ਦੇ ਵਿੱਚ ਮਿਨੋਰਟੀ ਦੇ ਵਿੱਚ ਆ ਉਹ ਬਰਸਲ ਕੈਪੀਟਲ ਦੇ ਵਿੱਚ ਮੈਜੋਰਟੀ ਦੇ ਵਿੱਚ ਸਨ ਔਰ ਇੱਥੇ 20% ਪੀਪਲ ਡੱਚ ਲੈਂਗੁਏਜ ਬੋਲਦੇ ਸਨ। ਸੋ ਬਰਸਲ ਦਾ ਰਾਜ ਪ੍ਰਬੰਧ ਐਡਮਿਨਿਸਟ੍ਰੇਸ਼ਨ ਅਲੱਗ ਤੌਰ 'ਤੇ ਕੀਤਾ ਗਿਆ। ਇੱਥੇ ਟੈਂਸ਼ਨ ਨੂੰ ਦੂਰ ਕਰਨ ਵਾਸਤੇ ਕੀ ਕੀਤਾ ਗਿਆ? ਫਿਰ ਦੋਨਾਂ ਪਾਰਟੀ ਦੇ ਵਿੱਚ, ਦੋਨਾਂ ਕਮਿਊਨਿਟੀ ਦੇ ਵਿਚਕਾਰ ਸਮਝੌਤਾ ਹੋਇਆ ਕਿ ਜਦੋਂ ਅਸੀਂ ਸੈਂਟਰ ਦੇ ਵਿੱਚ ਗੌਰਮੈਂਟ ਬਣਾਈ ਸੀ ਅਸੀਂ ਤੁਹਾਡੀ ਪੋਪੂਲੇਸ਼ਨ ਵੱਲ ਕੋਈ ਧਿਆਨ ਨਹੀਂ ਦਿੱਤਾ, ਅਸੀਂ ਤੁਹਾਡੇ ਆਪਣੇ ਜਿੰਨੇ ਬਰਾਬਰ ਮੈਂਬਰਸ ਲੈ ਲਏ। ਸੋ ਬਰਸਲ ਦੇ ਵਿੱਚ ਸਾਡੀ ਹੁਣ ਕਮਿਊਨਿਟੀ ਦੀ, ਸਾਡੀ ਪੋਪੂਲੇਸ਼ਨ ਵੱਲ ਨਾ ਦੇਖਿਆ ਜਾਵੇ। ਬਰਸਲ ਦਾ ਜੋ ਵੀ ਐਡਮਿਨਿਸਟ੍ਰੇਸ਼ਨ, ਜੋ ਵੀ ਕਮੇਟੀ ਬਣਾਉਣੀ ਆ ਉਸ ਦੇ ਵਿੱਚ ਸਾਡੇ 20% ਕਾਊਂਟਿੰਗ ਹੋਣ ਦਾ ਕਰਕੇ ਵੀ ਬਰਾਬਰ ਮੈਂਬਰ ਲਏ ਜਾਣ। ਸੋ ਇਮੈਜਿਨ ਕਰ ਲਓ ਇੱਥੇ ਐਡਮਿਨਿਸਟ੍ਰੇਸ਼ਨ ਪ੍ਰਬੰਧ ਵਾਸਤੇ 30 ਪੀਪਲਸ ਦੀ ਲੋੜ ਸੀ ਤੋ ਇਹਨਾਂ ਨੇ 15+15 15+15 ਇਕੁਅਲ ਰੇਸ਼ੋ ਦੇ ਵਿੱਚ ਮੈਂਬਰਸ ਲੈ ਕੇ ਬਰਸਲ ਦੇ ਵਿੱਚ ਵੀ ਹੋਣ ਵਾਲੀ ਟੈਂਸ਼ਨ, ਹੋਣ ਵਾਲਾ ਕਨਫਲਿਕਟ ਦੂਰ ਕਰ ਲਿਆ। ਸੋ ਇਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੀ ਕੰਟਰੀ ਦੀ ਡਿਵਰਸਿਟੀ ਨੂੰ ਦੇਖਦੇ ਹੋਏ
ਆਪਣੇ ਦੇਸ਼ ਦੀ ਸੈਂਟਰ ਗੌਰਮੈਂਟ ਨੂੰ ਹਟਾ ਕੇ ਮਤਲਬ ਸੈਂਟਰ ਗੌਰਮੈਂਟ ਦੀਆਂ ਬਹੁਤ ਸਾਰੀਆਂ ਰਾਈਟਸ ਸਟੇਟ ਗੌਰਮੈਂਟਸ ਨੂੰ ਦੇ ਕੇ ਇੱਥੇ ਫੈਡਰਲਿਜ਼ਮ ਦੀ ਸਥਾਪਨਾ ਕਰ ਲਈ ਤਾਂ ਕਿ ਫੈਡਰਲਿਜ਼ਮ ਦੇ ਅਨੁਸਾਰ ਹਰੇਕ ਸਟੇਟ ਦੀ ਆਪਣੀ ਗੌਰਮੈਂਟ ਹੋਏਗੀ ਔਰ ਸਟੇਟ ਗੌਰਮੈਂਟ ਆਪਣੇ ਪੀਪਲਸ ਦੇ ਜੋ ਇੰਟਰਸਟ ਹੈ ਉਹਨਾਂ ਦੇ ਅਨੁਸਾਰ ਉਹਨਾਂ ਨੂੰ ਫੈਸਿਲਿਟੀਜ਼ ਵੈਲਫੇਅਰ ਦੇ ਵਰਕ ਕਰ ਸਕਦੀ ਹੈ ਔਰ ਦੇਸ਼ ਦੇ ਵਿੱਚ ਕਿਸੇ ਪ੍ਰਕਾਰ ਦੀ ਟੈਨਸ਼ਨ ਇਮਰਜ ਨਹੀਂ ਹੋਏਗੀ। ਸੋ ਇਹ ਸੀ ਸਾਡੇ ਕੋਲ ਐਗਜ਼ੈਂਪਲ ਬੈਲਜੀਅਮ ਦੀ। ਨੈਕਸਟ ਸਾਡੇ ਕੋਲ ਐਗਜ਼ੈਂਪਲ ਉਹਨਾਂ ਨੇ ਦਿੱਤੀ ਸਾਨੂੰ ਸ਼੍ਰੀਲੰਕਾ ਦੀ, ਜਿਸ ਦੀ ਆਪਾਂ ਐਗਜ਼ੈਂਪਲ ਲਈ ਸੀ ਕਿ ਉੱਥੇ 2 ਟਾਈਪਸ ਕਮਿਊਨਿਟੀ ਸੀ, ਸਨਹੇਲ ਔਰ ਸੈਕੰਡ ਸਨ ਤਮਿਲੀਅਨ ਤਾਮਿਲ ਲੋਕ। ਸੋ ਉੱਥੇ ਸਨਹੇਲ ਕਮਿਊਨਿਟੀ ਮੈਜੋਰਟੀ ਦੇ ਵਿੱਚ ਸੀ ਔਰ ਮੈਜੋਰਟੀ ਦੀ ਹੀ ਗੌਰਮੈਂਟ ਬਣਾਈ ਗਈ, ਜਿਸ ਦੇ ਨਾਲ ਮਿਨੋਰਟੀ ਕਮਿਊਨਿਟੀ ਉਹਨਾਂ ਦੇ ਨਾਲ ਨਾਰਾਜ਼ ਹੋ ਗਈ ਅਤੇ ਸ਼੍ਰੀਲੰਕਾ ਦੇ ਵਿੱਚ ਹਮੇਸ਼ਾ ਇੱਕ ਟੈਨਸ਼ਨ ਦੀ ਸਿਚੁਏਸ਼ਨ ਪੈਦਾ ਹੁੰਦੀ ਰਹਿੰਦੀ ਔਰ ਹੋ ਰਹੀ ਹੈ। ਸੋ ਨੈਕਸਟ ਸਾਡੇ ਕੋਲ ਆ ਜਾਂਦਾ ਹੈ ਇਸੇ ਪੇਜ ਦੇ ਉੱਪਰ ਸੈਕਿੰਡ ਪੈਰਾਗ੍ਰਾਫ, ਜਿਸ ਦੇ ਵਿੱਚ ਅਗੇਨ ਉਹਨਾਂ ਨੇ ਸਾਨੂੰ ਫੈਡਰਲਿਜ਼ਮ ਦੀ ਡੈਫੀਨੇਸ਼ਨ ਦਿੱਤੀ ਹੋਈ ਹੈ। ਸੋ ਵੀ ਰੀਡ ਡੈਫੀਨੇਸ਼ਨ ਫਰੋਮ ਨੈਕਸਟ ਪੇਜ in easy words. What is federalism? Federalism is a system of government in which the power is divided between a central authority and various constituent unity of the country. ਕਿ ਫੈਡਰਲਿਜ਼ਮ ਇੱਕ ਅਜਿਹਾ ਸਿਸਟਮ ਹੈ ਗੌਰਮੈਂਟ ਦਾ ਜਿਸ ਦੇ ਵਿੱਚ ਸੈਂਟਰਲ ਗੌਰਮੈਂਟ ਔਰ ਉਸ ਦੇਸ਼ ਦੇ ਵਿੱਚ ਪਾਈਆਂ ਜਾਣ ਵਾਲੀਆਂ ਸੈਕੰਡ ਥਰਡ ਟਾਇਰ ਦੀਆਂ ਗੌਰਮੈਂਟ ਦੇ ਵਿਚਕਾਰ ਪਾਵਰਸ ਡਿਸਟਰੀਬਿਊਟ ਕੀਤੀ ਜਾਂਦੀ ਹੈ। ਸੈਕਿੰਡ ਪੁਆਇੰਟ, ਇਹ ਫੈਡਰੇਸ਼ਨ ਯੂਜੂਅਲੀ ਹੈਜ਼ 2 ਲੈਵਲਸ ਆਫ ਗੌਰਮੈਂਟ, ਕਿ ਇੱਕ ਫੈਡਰੇਸ਼ਨ ਸੰਗਠਨ ਦੇ ਵਿੱਚ ਘੱਟੋ ਘੱਟ 2 ਲੈਵਲਸ ਗੌਰਮੈਂਟ ਹੁੰਦੀਆਂ ਨੇ, 2 ਲੈਵਲਸ ਤੋਂ ਵੱਧ ਹੋ ਸਕਦੀ ਹੈ, ਘੱਟ ਨਹੀਂ ਹੋ ਸਕਦੀ। ਥਰਡ ਪੁਆਇੰਟ, 1 is the government for the entire country that is responsible for a few subject of common national interest। ਕਹਿੰਦੇ ਇੱਕ ਗੌਰਮੈਂਟ ਹੁੰਦੀ ਹੈ ਜੋ ਕਿ ਸਾਰੇ ਦੇਸ਼ ਦੀ ਹੁੰਦੀ ਹੈ, ਜੋ ਕਿ ਬਹੁਤ ਹੀ ਘੱਟ ਮੁੱਦੇ ਜੋ ਸਾਰੇ ਦੇਸ਼ ਦੇ ਲੋਕਾਂ ਦੇ ਸਾਂਝੇ ਹੋਣ। ਜਿਵੇਂ ਸਾਡਾ ਸਾਂਝਾ ਸਬਜੈਕਟ ਵਿਸ਼ਾ ਕੀ ਹੈ ਕਿ ਸਾਨੂੰ ਸਾਰਿਆਂ ਨੂੰ ਫੋਰਨ ਅਟੈਕ ਤੋਂ ਪ੍ਰੋਟੈਕਸ਼ਨ ਚਾਹੀਦੀ ਹੈ, ਸਾਨੂੰ ਫੋਰਨ ਇਨਵੇਡਰ ਹਮਲਿਆਂ ਤੋਂ ਪ੍ਰੋਟੈਕਸ਼ਨ ਚਾਹੀਦੀ ਹੈ, ਸੁਰੱਖਿਆ ਚਾਹੀਦੀ ਹੈ। ਸਾਡਾ ਸਾਰਿਆਂ ਦਾ ਸਾਂਝਾ ਵਿਸ਼ਾ ਅਜਿਹੇ ਸਬਜੈਕਟ ਦੇ ਪ੍ਰਤੀ ਸੈਂਟਰ ਗੌਰਮੈਂਟ ਰਿਸਪੋਂਸੀਬਲ ਹੁੰਦੀ ਹੈ। ਸਾਨੂੰ ਭੋਜਨ ਚਾਹੀਦਾ ਹੈ ਜਾਂ ਸਾਨੂੰ ਐਜੂਕੇਸ਼ਨ ਚਾਹੀਦੀ ਹੈ, ਸਾਡੀਆਂ ਗਲੀਆਂ ਸਟਰੀਟਸ ਲਾਈਟਸਾਂ ਜਿਹੜੀਆਂ ਉਹ ਪ੍ਰੋਪਰ ਹੋਣੀਆਂ ਚਾਹੀਦੀਆਂ। ਇਹ ਸਾਰੀ ਜੋ ਰਿਸਪੋਂਸੀਬਿਲਟੀ ਹੈ ਫਿਰ ਉਹ ਸਟੇਟ ਗੌਰਮੈਂਟ ਨੂੰ ਦੇ ਦਿੱਤੀ ਜਾਂਦੀ ਹੈ। ਨੈਕਸਟ ਆ ਜਾਂਦੇ ਆ ਦਾ ਅਦਰਸ ਆਰ ਗੌਰਮੈਂਟ ਐਟ ਦਾ ਲੈਵਲਸ ਆਫ ਪ੍ਰੋਵਿੰਸ ਔਰ ਸਟੇਟ ਡੈਟ ਲੁੱਕ ਆਫਟਰ ਮਚ ਆਫ ਦਾ ਡੇ ਟੂ ਡੇ ਐਡਮਿਨਿਸਟ੍ਰੇਟਿੰਗ ਆਫ ਦੇਅਰ ਸਟੇਟ। ਨੈਕਸਟ ਕਹਿੰਦੇ ਇੱਕ ਗੌਰਮੈਂਟ ਆ ਜਾਂਦੀ ਹੈ ਸਟੇਟ ਦੀ ਜਾਂ ਪ੍ਰੋਵਿੰਸ ਦੀ। ਪ੍ਰੋਵਿੰਸ ਦਾ ਮੀਨਸ ਹੁੰਦਾ ਹੈ ਸੂਬਾ। ਜਿਵੇਂ ਸਾਡੀ ਕੰਟਰੀ ਦੇ ਵਿੱਚ ਸਟੇਟਸ ਨੇ ਉਵੇਂ ਹੀ ਕੁਝ ਕੰਟਰੀਜ਼ ਹੁੰਦੇ ਉੱਥੇ ਸਟੇਟਸ ਨਹੀਂ, ਉੱਥੇ ਪ੍ਰੋਵਿੰਸ ਸੂਬੇ ਹੁੰਦੇ ਆ। ਜਿਵੇਂ ਕਿ ਸਾਡਾ ਨੇਬਰਿੰਗ ਕੰਟਰੀ ਪਾਕਿਸਤਾਨ ਹੈ, ਪਾਕਿਸਤਾਨ ਦੇ ਵਿੱਚ ਸਟੇਟਸ ਨਹੀਂ ਹੈਗੀਆਂ, ਉੱਥੇ ਵੀ ਸੂਬਾ ਹੈ ਜੋ ਕਿ ਸੇਮ ਹੀ ਇੱਕ ਸਟੇਟ ਦੇ ਵਾਂਗ ਵਰਕ ਕਰਦਾ ਹੈ। ਕਹਿੰਦੇ ਦੂਸਰੀ ਸਾਈਡ 'ਤੇ ਸੂਬਾ ਸਰਕਾਰ ਜਾਂ ਰਾਜ ਸਰਕਾਰ ਆ ਜਾਂਦੀ ਹੈ, ਜਿਨ੍ਹਾਂ ਦਾ ਕੰਮ ਹੁੰਦਾ ਹੈ ਆਪਣੀ ਸਟੇਟ ਦੇ ਵਿੱਚ ਦਿਨੋਂ ਦਿਨ ਰੋਜ਼ ਦੇ ਹੋਣ ਵਾਲੇ ਕੰਮ, ਰੋਜ਼ਾਨਾ ਲੋਕਾਂ ਦੀਆਂ ਮੰਗਾਂ ਨੇ ਜੋ ਡਿਮਾਂਡਸ ਨੇ ਉਹਨਾਂ ਨੂੰ ਪੂਰਾ ਕਰਨਾ। ਲਾਸਟ ਪੁਆਇੰਟ ਆ ਜਾਂਦਾ ਬੋਥ ਦੀਜ਼ ਲੈਵਲਸ ਆਫ ਗੌਰਮੈਂਟ ਇੰਜੋਏ ਦੇਅਰ ਪਾਵਰ ਇੰਡੀਪੈਂਡੈਂਟ ਆਫ ਦਾ ਅਦਰਸ, ਕਿ ਗੌਰਮੈਂਟ ਦੇ ਦੋਨੋਂ ਗੌਰਮੈਂਟਸ ਆਪਣੀਆਂ ਪਾਵਰਸ ਜੋ ਵੀ ਕੌਨਸਟੀਟਿਊਸ਼ਨ ਦੁਆਰਾ ਇਹਨਾਂ ਨੂੰ ਪਾਵਰਸ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਫਰੀ ਰਹਿ ਕੇ ਇੰਜੋਏ ਕਰਦੀਆਂ। ਦੋਨੋਂ ਗੌਰਮੈਂਟਸ ਇੱਕ ਦੂਸਰੇ ਦੇ ਵਰਕ ਦੇ ਵਿੱਚ ਇੰਟਰਵੈਂਸ਼ਨ ਦਖਲਅੰਦਾਜ਼ੀ ਨਹੀਂ ਕਰਦੀਆਂ। ਨੈਕਸਟ ਸਾਡੇ ਕੋਲ ਆ ਜਾਂਦਾ ਕੀ ਫੀਚਰ ਆਫ ਦਾ ਫੈਡਰਲਿਜ਼ਮ, ਕਿ ਫੈਡਰਲਿਜ਼ਮ ਦੇ ਫੀਚਰਸ ਕੀ ਆ, ਵਿਸ਼ੇਸ਼ਤਾਵਾਂ ਕੀ ਆ। ਸੇਮ ਐਜ਼ ਵੀ ਰੀਡ ਇਨ ਦਾ ਡੈਫੀਨੇਸ਼ਨ। ਫਸਟ ਪੁਆਇੰਟ ਹੈ 2 more ਲੈਵਲ ਆਫ ਗੌਰਮੈਂਟ। ਸੈਕਿੰਡ ਪੁਆਇੰਟ ਈਚ ਲੈਵਲ ਹੈਜ਼ ਇਟਸ ਓਨ ਪਾਵਰ ਔਰ ਜੂਰੀਡਿਕਸ਼ਨ। ਹਰੇਕ ਸਰਕਾਰ ਦੀਆਂ ਆਪਣੀਆਂ ਪਾਵਰ ਔਰ ਆਪਣਾ ਅਧਿਕਾਰ ਖੇਤਰ ਹੈ। ਅਧਿਕਾਰ ਖੇਤਰ ਸਮਝ ਦਿੰਦਾ ਮਤਲਬ ਜਿਸ ਤਰ੍ਹਾਂ ਸਾਡਾ ਘਰ ਹੈ, ਸਾਡੇ ਘਰ ਦੀ ਇਹ ਬਾਉਂਡਰੀ ਬਣੀ ਕਿ ਅਸੀਂ ਸਾਡਾ ਅਧਿਕਾਰ ਖੇਤਰ ਇੰਨਾ ਵਾ, ਅਸੀਂ ਇਹਦੇ ਵਿੱਚ ਰਹਿ ਕੇ ਜੋ ਮਰਜ਼ੀ ਕਰੀਏ, ਇਸ ਤੋਂ ਬਾਹਰ ਜਾ ਕੇ ਆਪਾਂ ਇੰਟਰਫੇਅਰ ਨਹੀਂ ਕਰ ਸਕਦੇ। ਇਸੇ ਤਰੀਕੇ ਦੇ ਨਾਲ ਹਰੇਕ ਗੌਰਮੈਂਟ ਵਾਸਤੇ ਕੁਝ ਰੈਸਟ੍ਰਿਕਸ਼ਨ ਨੇ, ਉਹਨਾਂ ਰੈਸਟ੍ਰਿਕਸ਼ਨ ਨੂੰ ਲਾਅ ਨੂੰ ਫੋਲੋ ਕਰਦੇ ਹੋਏ ਗੌਰਮੈਂਟ ਵਰਕ ਕਰ ਸਕਦੀ ਆ, ਉਹਨਾਂ ਤੋਂ ਬਾਹਰ ਰਹਿ ਕੇ ਕੰਮ ਨਹੀਂ ਕਰ ਸਕਦੀ। ਜਿਵੇਂ ਹੁਣ ਸਾਡੀ ਪੰਜਾਬ ਗੌਰਮੈਂਟ ਹੈ, ਉਸ ਦੇ ਬਾਅਦ ਹੀ ਜੋ ਉਹਨੂੰ ਪਾਵਰਸ ਮਿਲੀਆਂ ਉਹਨਾਂ ਦੇ ਅਨੁਸਾਰ ਸਾਡੀ ਪੰਜਾਬ ਗੌਰਮੈਂਟ ਆਰਮੀ ਦੀ ਰਿਕੁਆਇਰਮੈਂਟ ਭਰਤੀ ਨਹੀਂ ਕਰ ਸਕਦੀ। ਅਗਰ ਹੁਣ ਪੰਜਾਬ ਦੀ ਗੌਰਮੈਂਟ ਆ ਆਪਣੀ ਸੁਰੱਖਿਆ ਵਾਸਤੇ ਇਹ ਪੁਲਿਸ 'ਤੇ ਰੱਖ ਸਕਦੀ ਆ, ਪਰ ਇਹ ਆਰਮੀ ਦੀ ਭਰਤੀ ਪੰਜਾਬ ਵਾਸਤੇ ਨਹੀਂ ਕਰ ਸਕਦੀ। ਸੋ ਅਗਰ ਇਹ ਕਰਦੀ ਹੈ ਇਹਦਾ ਮਤਲਬ ਕਿ ਆਪਣੇ ਜੂਰੀਡਿਕਸ਼ਨ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਸਕਦੀ ਹੈ। ਅਜਿਹੇ ਵਰਕ ਸਮੇਂ ਸੈਂਟਰ ਗੌਰਮੈਂਟ ਇਹਦੇ ਕੰਮਾਂ ਵਿੱਚ ਦਖਲਅੰਦਾਜ਼ੀ ਕਰਕੇ ਇਸ ਨੂੰ ਅਜਿਹੇ ਕੰਮ ਕਰਨ ਤੋਂ ਰੋਕ ਸਕਦੀ ਹੈ।
ਥਰਡ ਪੁਆਇੰਟ ਆ ਜਾਂਦਾ ਜੂਰੀਡਿਕਸ਼ਨ ਇਜ਼ ਸਪੈਸੀਫਾਈਡ ਬਾਏ ਦਾ ਕੌਂਸਟੀਟਿਊਸ਼ਨ। ਕਹਿੰਦੇ ਆ ਜੋ ਵੀ ਅਧਿਕਾਰ ਖੇਤਰ ਸਾਨੂੰ ਦਿੱਤੇ ਆ ਕਿ ਅਸੀਂ ਕਿਹੜੇ ਕੰਮ ਕਰ ਸਕਦੀ ਹੈ ਸੈਂਟਰ ਗੌਰਮੈਂਟ ਜਾਂ ਸਟੇਟ ਗੌਰਮੈਂਟ, ਕਿਹੜੇ ਕੰਮ ਨਹੀਂ ਕਰ ਸਕਦੀ, ਇਹ ਸਾਰਾ ਕੁਝ ਪਹਿਲਾਂ ਹੀ ਕੌਂਸਟੀਟਿਊਸ਼ਨ ਸੰਵਿਧਾਨ ਦੇ ਵਿੱਚ ਲਿਖ ਦਿੱਤਾ ਗਿਆ ਹੈ ਔਰ ਇਸ ਲਿਖਤੀ ਸੰਵਿਧਾਨ ਦੇ ਅਨੁਸਾਰ ਹੀ ਸਾਨੂੰ ਅਧਿਕਾਰ ਖੇਤਰ ਪ੍ਰੋਵਾਈਡ ਕੀਤੇ ਗਏ ਆ। ਅਧਿਕਾਰ ਖੇਤਰ ਹਰ 5 ਸਾਲ ਬਾਅਦ ਜਦੋਂ ਗੌਰਮੈਂਟ ਆਉਂਦੀ ਹੈ ਜਾਂ ਚੇਂਜ ਹੋ ਜਾਂਦੀ ਹੈ ਉਹਦੇ ਅਨੁਸਾਰ ਸਾਡਾ ਅਧਿਕਾਰ ਖੇਤਰ ਚੇਂਜ ਨਹੀਂ ਹੁੰਦਾ। ਅਗਰ ਅਜਿਹੇ ਹਾਲਤ ਹੋਣ ਅਤੇ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆ, ਸੈਂਟਰ ਦੇ ਵਿੱਚ BJP ਦੀ ਸਰਕਾਰ ਆ। ਹੁਣ BJP ਦੀ ਸਰਕਾਰ ਆਖੇਗੀ ਪੰਜਾਬ ਦੇ ਸਾਨੂੰ ਵੋਟਾਂ ਨਹੀਂ ਪਈਆਂ, ਅਸੀਂ ਇਹਨਾਂ ਨੂੰ ਜੋ ਵੀ ਇਹਨਾਂ ਦਾ ਅਧਿਕਾਰ ਖੇਤਰ ਆ, ਇਹਨਾਂ ਦੇ ਰਾਈਟਸ ਆ, ਇਸ ਦੇ ਅਨੁਸਾਰ ਕੰਮ ਨਹੀਂ ਕਰਨ ਦੇਵਾਂਗੇ ਜਾਂ ਇਹਨਾਂ ਨੂੰ ਕੋਈ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਜਾਣ ਇਹਨਾਂ ਦੇ ਉੱਪਰ। ਅਜਿਹਾ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਨੂੰ ਜੋ ਪਾਵਰਸ ਕੌਂਸਟੀਟਿਊਸ਼ਨ ਨੇ ਇੱਕ ਵਾਰੀ ਦਿੱਤੀਆਂ ਵਾ, ਸਟੇਟ ਗੌਰਮੈਂਟ ਨੂੰ ਜੋ ਪਾਵਰਸ ਦੇਤੀਆਂ ਵਰਕ ਕਰਦੀਆਂ, ਉਹ ਪਾਵਰਸ ਕੋਈ ਵੀ ਸਰਕਾਰ ਆ ਜੇ, ਭਾਵੇਂ ਸਟੇਟ ਗੌਰਮੈਂਟ ਦੇ ਓਪੋਜਿਟ ਸਰਕਾਰ ਆ ਜੇ, ਭਾਵੇਂ ਜੋ ਸਟੇਟ ਗੌਰਮੈਂਟ ਦੇ ਵਿੱਚ ਹੈ ਸਰਕਾਰ ਉਹੀ ਸੈਂਟਰ ਦੇ ਵਿੱਚ ਆ ਜੇ, ਇਹਨਾਂ ਜੂਰੀਡਿਕਸ਼ਨ ਅਧਿਕਾਰ ਖੇਤਰਾਂ ਦੇ ਵਿੱਚ ਕੋਈ ਵੀ ਚੇਂਜਿਸ ਨਹੀਂ ਹੁੰਦੀਆਂ। ਨੈਕਸਟ ਸਾਡੇ ਕੋਲ ਆ ਜਾਂਦਾ ਹੈ constitutional provision can be changed only with the consent of the both level of government। ਕਿ ਸੰਵਿਧਾਨ ਦੇ ਵਿੱਚ ਜਾਂ ਸੰਵਿਧਾਨ ਦੇ ਵਿੱਚ ਜੋ ਪ੍ਰਬੰਧ ਖੇਤਰ ਦਿੱਤੇ ਗਏ, ਅਧਿਕਾਰ ਖੇਤਰ ਦਿੱਤੇ ਗਏ ਆ, ਉਹਨਾਂ ਦੇ ਵਿੱਚ ਅਗਰ ਬਦਲਾਅ ਕਰਨਾ ਤਾਂ ਸੈਂਟਰ ਗੌਰਮੈਂਟ ਔਰ ਸਟੇਟ ਗੌਰਮੈਂਟ ਦੋਨਾਂ ਦੇ ਵਿਚਕਾਰ ਸਹਿਮਤੀ ਹੋਣੀ ਚਾਹੀਦੀ ਆ। ਕੋਈ ਇੱਕ ਗੌਰਮੈਂਟ ਇਹਨਾਂ ਨੂੰ ਚੇਂਜ ਨਹੀਂ ਕਰ ਸਕਦੀ। ਐਗਜ਼ਾਮਪਲ ਦੇ ਤੌਰ 'ਤੇ ਆਪਾਂ ਕਰੰਟ ਅਫੇਅਰ ਦੇ ਵਿੱਚੋਂ ਦੇਖ ਲੈਂਦੇ ਹਾਂ ਕਿ ਹੁਣ ਆਪਾਂ ਨਿਊਜ਼ਪੇਪਰ 'ਤੇ ਦੇਖਦੇ ਹਾਂ ਕਿ ਰੋਜ਼ ਡੇਲੀ ਟੂ ਡੇਲੀ ਆਉਂਦਾ ਪਿਆ ਹੈ ਕਿ ਜੋ ਗੌਰਮੈਂਟ ਆ, ਪੰਜਾਬ ਗੌਰਮੈਂਟ ਆ, ਉਹ ਸੈਂਟਰ ਦੀਆਂ ਹਦਾਇਤਾਂ ਦੇ ਅਨੁਸਾਰ ਪੰਜਾਬ ਦੇ ਜੋ ਫਾਰਮਰਸ ਆ, ਕਿਸਾਨ ਆ, ਇਹਨਾਂ ਦੇ ਕੋਲੋਂ ਟਿਊਬਵੈੱਲਸ ਦੇ ਬਿੱਲ ਜਿਹੜੇ ਉਹ ਲੈਣ ਜਾ ਰਹੀ ਆ ਕਿ ਜਾਂ ਆਉਣ ਵਾਲੇ ਫਿਊਚਰ ਦੇ ਵਿੱਚ ਟਿਊਬਵੈੱਲ ਦੇ ਬਿੱਲ ਆਉਣੇ ਸ਼ੁਰੂ ਹੋ ਜਾਣਗੇ। ਅਜਿਹਾ ਅਧਿਕਾਰ ਖੇਤਰ ਬਿੱਲ ਲੈਣੇ ਆ ਜਾਂ ਨਹੀਂ ਲੈਣੇ, ਉਹ ਅਧਿਕਾਰ ਖੇਤਰ ਆ ਪੰਜਾਬ ਸਰਕਾਰ ਦਾ ਕਿ ਉਹਨਾਂ ਐਗਰੀਕਲਚਰ ਦਾ ਵਰਕ ਉਹਨੂੰ ਦਿੱਤਾ ਗਿਆ ਕਿ ਤੁਸੀਂ ਆਪਣੀ ਸਟੇਟ ਦੇ ਵਿੱਚ ਐਗਰੀਕਲਚਰ ਦਾ ਕੰਮ ਦੇਖੋ। ਹੁਣ ਉਹ ਬਿੱਲ ਲੈਣੇ ਆ ਜਾਂ ਨਹੀਂ ਲੈਣੇ, ਉਹ ਪੰਜਾਬ ਸਰਕਾਰ ਦਾ ਕੰਮ ਆ। ਅਗਰ ਸੈਂਟਰ ਗੌਰਮੈਂਟ ਜ਼ਬਰਦਸਤੀ ਪੰਜਾਬ ਸਰਕਾਰ ਦੇ ਉੱਪਰ ਇਹ ਕਾਨੂੰਨ ਪਾਸ ਕਰਨਾ ਚਾਹੁੰਦੀ ਹੈ ਕਿ ਮੈਂ ਇੱਕ ਅਜਿਹਾ ਕਾਨੂੰਨ ਪਾਸ ਕਰਨਾ ਚਾਹੁੰਦਾ ਹਾਂ ਜਿਸ ਦੇ ਨਾਲ ਸਾਰੀਆਂ ਸਰਕਾਰਾਂ, ਸਾਰੀਆਂ ਸਟੇਟਸ ਆਪਣੇ ਕਿਸਾਨਾਂ ਦੇ ਕੋਲੋਂ ਬਿਜਲੀ ਦੇ ਬਿੱਲ ਆ ਜਾਂ ਟਿਊਬਵੈੱਲ ਦੇ ਬਿੱਲ ਆ ਜਿਹੜੇ ਉਹ ਲਏ ਜਾਣ, ਸੈਂਟਰ ਗੌਰਮੈਂਟ ਸਿੱਧਾ ਡਾਇਰੈਕਟਲੀ ਕਿਸੇ ਸਟੇਟ ਦੇ ਉੱਪਰ ਆਪਣਾ ਲਾਅ ਇੰਪਲੀਮੈਂਟ ਨਹੀਂ ਕਰ ਸਕਦੀ। ਅਗਰ ਅਜਿਹਾ ਲਾਅ ਇੰਪਲੀਮੈਂਟ ਕਰਨਾ ਹੈ ਜੋ ਕਿ ਸਟੇਟ ਗੌਰਮੈਂਟ ਦੇ ਵਰਕ ਦੇ ਨਾਲ ਸੰਬੰਧ ਰੱਖਦਾ ਹੈ, ਅਜਿਹਾ ਲਾਅ ਇੰਪਲੀਮੈਂਟ ਕਰਨ ਤੋਂ ਪਹਿਲਾਂ ਉਸ ਸਟੇਟ ਦੀ ਗੌਰਮੈਂਟ ਦੇ ਨਾਲ ਵੀ ਸੈਂਟਰ ਗੌਰਮੈਂਟ ਨੂੰ ਸਲਾਹ ਕਰਨੀ ਪਏਗੀ। ਅਗਰ ਸਟੇਟ ਗੌਰਮੈਂਟ ਐਗਰੀ ਕਰ ਜਾਂਦੀ ਹੈ ਤਾਂ ਉਹ ਲਾਅ ਇੰਪਲੀਮੈਂਟ ਕੀਤਾ ਜਾਏਗਾ, ਅਦਰਵਾਈਜ਼ ਕੰਪੈਲੇਸ਼ਨ ਮਜਬੂਰੀ ਦੇ ਵਿੱਚ ਜਾਂ ਧੱਕੇਸ਼ਾਹੀ ਦੇ ਨਾਲ ਉਹ ਲਾਅ ਇੰਪਲੀਮੈਂਟ ਨਹੀਂ ਕੀਤਾ ਜਾ ਸਕਦਾ। ਨੈਕਸਟ ਆ ਜਾਂਦਾ ਹੈ ਕੋਰਟਸ ਇੰਟਰਪ੍ਰੈਟ ਦਾ ਕੌਂਸਟੀਟਿਊਸ਼ਨ ਕਿ ਜੋ ਅਦਾਲਤ ਆ ਉਹ ਕੌਂਸਟੀਟਿਊਸ਼ਨ ਸੰਵਿਧਾਨ ਦੀ ਵਿਆਖਿਆ ਕਰ ਸਕਦੀ ਹੈ ਜਦੋਂ ਕਿਸੇ ਪਾਵਰ ਨੂੰ ਲੈ ਕੇ ਦੋ ਗੌਰਮੈਂਟਸ ਜਾਂ ਦੋ ਗੌਰਮੈਂਟਸ ਦੇ ਲੈਵਲਸ ਨੇ, ਸਟੇਟ ਗੌਰਮੈਂਟਸ ਜਾਂ ਸੈਂਟਰ ਗੌਰਮੈਂਟ ਜਾਂ ਦੋ ਸਟੇਟਸ ਦੀਆਂ ਗੌਰਮੈਂਟਸ, ਜਿਸ ਤਰ੍ਹਾਂ ਪੰਜਾਬ ਜਾਂ ਹਰਿਆਣਾ, ਕੋਈ ਵੀ ਗੌਰਮੈਂਟਸ ਇਸ ਤਰ੍ਹਾਂ ਆਪਸ ਵਿੱਚ ਕਿਸੇ ਮੈਟਰ ਨੂੰ ਲੈ ਕੇ ਝਗੜੇ ਪੈਂਦੀਆਂ, ਉਸ ਸਮੇਂ ਵਿੱਚ ਕੋਰਟ ਅਦਾਲਤ ਕੌਂਸਟੀਟਿਊਸ਼ਨ ਦੀ ਵਿਆਖਿਆ ਕਰਕੇ ਉਹ ਦੱਸ ਸਕਦੀ ਕਿ ਇਹ ਕੰਮ ਕਿਹੜੀ ਗੌਰਮੈਂਟ ਦਾ ਹੈ। ਨੈਕਸਟ ਲਾਈਨ ਆਖਦੇ ਆ ਸੁਪਰੀਮ ਕੋਰਟ ਇਜ਼ ਦਾ ਅੰਪਾਇਰ ਕਿ ਸੁਪਰੀਮ ਕੋਰਟ ਜਿਹੜਾ ਅਜਿਹੇ ਝਗੜੇ ਨੂੰ ਸੋਲਵ ਕਰਨ ਵਾਸਤੇ ਇੱਕ ਅੰਪਾਇਰ ਦੀ ਤਰ੍ਹਾਂ ਵਰਕ ਕਰਦੀ ਹੈ। ਸੋਰਸ ਆਫ ਰੈਵਨਿਊ ਆਰ ਕਲੀਅਰਲੀ ਸਪੈਸੀਫਾਈਡ, ਜਿਵੇਂ ਸਾਨੂੰ ਪਤਾ ਕਿ ਅਸੀਂ ਕੋਈ ਵੀ ਵਰਕ ਕਰਨਾ ਹੈ ਉਹ ਪੈਸੇ ਦੇ ਨਾਲ ਹੀ ਹੋ ਸਕਦਾ ਹੈ। ਸੋ ਹਰੇਕ ਗੌਰਮੈਂਟ ਆਪਣਾ ਸੋਰਸ ਇਨਕਮ ਕਿੱਥੋਂ ਪ੍ਰਾਪਤ ਕਰੇਗੀ ਇਹ ਸਾਰਾ ਕੁਝ ਕੌਂਸਟੀਟਿਊਸ਼ਨ ਦੇ ਵਿੱਚ ਦੱਸਿਆ ਗਿਆ ਹੈ ਕਿ ਸੈਂਟਰ ਗੌਰਮੈਂਟ ਜਿਹੜਾ ਵਾ ਫੋਰਨ ਦੇ ਨਾਲ ਟਰੇਡ ਕਰ ਸਕਦੀ ਆ, ਵਾਟਰ ਦੇ ਵਿੱਚ ਸ਼ਿਪ ਵਗੈਰਾ ਦਾ ਟਰੇਡ ਕਰ ਸਕਦੀ ਆ, ਜਾਂ ਸਾਡੇ ਦੇਸ਼ ਦੇ ਵਿੱਚ ਜੋ ਮਿਨਰਲਸ ਆ ਉਹਨਾਂ ਨੂੰ ਐਕਸਟ੍ਰੈਕਟ ਕਰਕੇ ਵੇਚ ਕੇ ਜਾਂ ਉਹਨਾਂ ਨੂੰ ਫਾਰਮ ਚੇਂਜ ਕਰਕੇ ਆਪਣੀ ਆਮਦਨ ਇਨਕਮ ਵਧਾ ਸਕਦੀ ਆ। ਜਾਂ ਆਪਾਂ ਲੋਕਲ ਗੌਰਮੈਂਟ ਦੀ ਲੈ ਲਈਏ ਕਿ ਲੋਕਲ ਗੌਰਮੈਂਟ ਨੇ ਆਪਣੇ ਵਿਲੇਜ ਦਾ ਵਿਕਾਸ ਕਰਨਾ, ਡਿਵੈਲਪਮੈਂਟ ਕਰਨੀ ਆ। ਸਾਡੇ ਵਿਲੇਜ ਦੇ ਵਿੱਚ ਜੋ ਸਾਨੂੰ ਲੈਂਡ ਦਿੱਤੀ ਜਾਂਦੀ ਆ, ਪੰਚਾਇਤੀ ਜ਼ਮੀਨ ਹੁੰਦੀ ਆ, ਉਸ ਦਾ ਜੋ ਠੇਕਾ ਜਾਂ ਉਸ ਤੋਂ ਨਿਕਲਣ ਵਾਲੀ ਪ੍ਰੋਡਕਸ਼ਨ ਪੈਦਾਵਾਰ ਦੇ ਨਾਲ ਅਸੀਂ ਜਾਂ ਸਾਡੇ ਵਿਲੇਜ ਦੀ ਪੰਚਾਇਤ ਜਿਹੜਾ ਪਿੰਡ ਦਾ ਡਿਵੈਲਪਮੈਂਟ ਵਿਕਾਸ ਕਰ ਸਕਦੀ ਆ, ਕਿਉਂਕਿ ਇਸ ਆਮਦਨ ਨੂੰ ਵਰਤਣ ਦਾ ਅਧਿਕਾਰ ਸਾਨੂੰ ਕੌਂਸਟੀਟਿਊਸ਼ਨ ਨੇ ਦਿੱਤਾ ਕਿ ਤੁਹਾਡੀ ਇਨਕਮ ਦਾ ਇਹ ਸੋਰਸ ਆ। ਸੋ ਇਸ ਪੁਆਇੰਟ ਦੇ ਅਨੁਸਾਰ ਜੋ ਵੀ ਗੌਰਮੈਂਟ ਦੇ ਲੈਵਲਸ ਆ ਉਹਨਾਂ ਸਾਰਿਆਂ ਦੇ ਇਨਕਮ ਸੋਰਸ ਜਿਹੜਾ ਉਹ ਸਪੈਸੀਫਾਈ ਕੀਤੇ ਗਏ, ਦੱਸੇ ਗਏ, ਨਿਸ਼ਚਿਤ ਕੀਤੇ ਗਏ। ਉਹਨਾਂ ਤੋਂ ਬਾਹਰ ਕਦੇ ਵੀ ਹੁਣ ਸਾਡੇ ਕੋਲ ਪੰਚਾਇਤੀ ਜ਼ਮੀਨ ਹੈ, ਪੰਚਾਇਤੀ ਜ਼ਮੀਨ ਦੀ ਜੋ ਆਮਦਨ ਹੈ ਸਟੇਟ ਗੌਰਮੈਂਟ ਸਾਡੇ ਕੋਲ ਮੰਗ ਨਹੀਂ ਸਕਦੀ, ਕਿਉਂਕਿ ਕੌਂਸਟੀਟਿਊਸ਼ਨ ਦੇ ਅਨੁਸਾਰ ਸਾਨੂੰ ਉਹ ਆਮਦਨ ਆਪਣੇ ਪਿੰਡ ਵਾਸਤੇ ਵਰਤਣ ਵਾਸਤੇ ਪਰਮਿਸ਼ਨ ਦਿੱਤੀ ਗਈ ਹੈ। ਨੈਕਸਟ ਇਜ਼ ਦਾ ਕਾਇੰਡਸ ਆਫ ਦਾ ਫੈਡਰੇਸ਼ਨ
kinds of the federalism. There are the two types of the federalism. First is coming together government. Second is the holding together government. Coming together government means ਆਪ ਇਕੱਠੇ ਹੋਣਾ, ਆਪਣੀ ਮਰਜ਼ੀ ਦੇ ਨਾਲ ਇਕੱਠੇ ਹੋਣਾ, ਸਟਰੈਂਥ ਆਪਣੀ ਇਨਕਰੀਜ਼ ਕਰਨ ਵਾਸਤੇ। ਸੈਕਿੰਡ ਆ ਜਾਂਦੀ ਹੋਲਡਿੰਗ ਟੂਗੈਦਰ, ਮਤਲਬ ਇਕੱਠੇ ਪਕੜ ਕੇ ਰੱਖਣਾ ਉਹਨਾਂ ਨੂੰ, ਕਿ ਆਪਣੀ ਮਰਜ਼ੀ ਦੇ ਨਾਲ ਨਹੀਂ ਸਗੋਂ ਗੌਰਮੈਂਟ ਦੀ ਹੈਲਪ ਨਾਲ ਗੌਰਮੈਂਟ ਨੇ ਲੋਕਾਂ ਦੀਆਂ ਇੱਛਾਵਾਂ ਜਾਂ ਜਿਨ੍ਹਾਂ ਲੋਕਾਂ ਨੂੰ ਇਕੱਠੇ ਰੱਖਣਾ ਹੈ ਉਹਨਾਂ ਦੀਆਂ ਵਿਲਿੰਗ ਨੂੰ ਵੇਖਦੇ ਹੋਏ ਕੁਝ ਅਜਿਹੇ ਲਾਅ ਪਾਸ ਕੀਤੇ ਜਿਸ ਦੇ ਨਾਲ ਉਹਨਾਂ ਨੂੰ ਇਕੱਠੇ ਬੰਨ੍ਹ ਕੇ ਰੱਖਿਆ ਜਾ ਸਕਦੇ। ਫਸਟ ਕਾਇੰਡ ਇਸ ਆ ਜਾਂਦੀ ਜੋ ਸਾਡੇ ਕੋਲ ਕਮਿੰਗ ਟੂਗੈਦਰ, ਇਹ ਗੌਰਮੈਂਟ ਸਾਡੇ ਕੋਲ ਹੈਗੀ ਹੈ ਫੈਡਰਲਿਜ਼ਮ ਟਾਈਪ ਹੈਗੇ USA ਔਰ ਆਸਟ੍ਰੇਲੀਆ ਦੇ ਵਿੱਚ। USA ਅਮਰੀਕਾ ਦੇ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਕਿ ਐਡਾ ਵੱਡਾ ਜੋ ਕੰਟਰੀ ਆ ਉਹਦੇ ਵਿੱਚ 50 ਸਟੇਟਸ ਆ। 50 ਸਟੇਟਸ ਜੋ ਮਿਲ ਕੇ USA ਬਣਾਉਂਦੀਆਂ ਪਈਆਂ। ਇਹ ਸਟੇਟਸ ਪਹਿਲਾਂ ਇੰਡੀਪੈਂਡੈਂਟ ਸੀ, ਆਜ਼ਾਦ ਸਨ, ਪਰ ਇਹਨਾਂ ਨੇ ਦੇਖਿਆ ਕਿ ਅਸੀਂ ਇਕੱਲੇ ਰਹਿ ਕੇ ਆਪਣੀ ਪ੍ਰੋਟੈਕਸ਼ਨ ਨਹੀਂ ਕਰ ਸਕਦੇ, ਨਾ ਹੀ ਅਸੀਂ ਆਪਣੀ ਡਿਵੈਲਪਮੈਂਟ ਕਰ ਸਕਦੇ ਹਾਂ। ਸੋ ਇਹਨਾਂ 50 ਸਟੇਟਸ ਨੇ ਇਕੱਠੇ ਹੋ ਕੇ ਇੱਕ ਕੰਟਰੀ ਬਣਾ ਲਿਆ ਜਿਸ ਨੂੰ ਨਾਮ ਦਿੱਤਾ ਗਿਆ USA। ਅਤੇ ਇਸੇ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਵੀ ਅਲੱਗ ਇੰਡੀਪੈਂਡੈਂਟ ਸਟੇਟਸ ਨੂੰ ਮਿਲਾ ਕੇ ਇੱਕ ਕੰਟਰੀ ਬਣਿਆ ਹੋਇਆ ਹੈ। ਹੁਣ ਇਹਦਾ ਕੀ ਹੈ, ਇਹਨਾਂ ਦੇ ਵਿੱਚ ਡਿਫਰੈਂਟ ਕੀ ਹੈ ਕਿ ਜੋ ਕਮਿੰਗ ਟੂਗੈਦਰ ਜੋ ਆਪਣੀ ਮਰਜ਼ੀ ਦੇ ਨਾਲ ਇਕੱਠੇ ਹੋਏ ਆ, ਮਰਜ਼ੀ ਦੇ ਨਾਲ ਇਕੱਠੇ ਹੋਣ ਸਮੇਂ ਇਹਨਾਂ ਨੇ ਜੋ ਕੰਡੀਸ਼ਨਸ ਰੱਖੇ ਹੈ ਉਹ ਇੱਕ ਕੰਟਰੀ ਵੱਲੋਂ ਅਸੈਪਟ ਕੀਤੀ ਗਈਆਂ, ਫਿਰ ਹੀ ਇਹਨਾਂ ਦੇ ਨਾਲ ਉਹ ਮਿਲੇ। ਮੰਨ ਲਓ ਕਿ ਪਹਿਲਾਂ ਇਕੱਲਾ ਅਮਰੀਕਾ ਸੀ, ਅਮਰੀਕਾ ਦੇ ਨਾਲ ਬਾਕੀ 49 ਸਟੇਟਸ ਮਿਲ ਗਈਆਂ ਆਣ ਕੇ ਆਪਣੀਆਂ ਉਹਨਾਂ ਨੇ ਕੁਝ ਕੰਡੀਸ਼ਨਸ ਦੱਸੀਆਂ। ਕੰਡੀਸ਼ਨਸ ਕੀ ਹੁੰਦੀਆਂ ਕਿ ਇਹਨਾਂ ਹਰੇਕ 49 ਸਟੇਟਸ ਜਾਂ ਹੁਣ 50 ਸਟੇਟਸ ਹੈ ਜਿਵੇਂ ਅਮਰੀਕਾ ਦੇ ਵਿੱਚ, ਹਰੇਕ ਸਟੇਟ ਦਾ ਆਪਣਾ ਇੱਕ ਕੌਨਸਟੀਟਿਊਸ਼ਨ ਹੋਏਗਾ, ਹਰੇਕ ਸਟੇਟ ਦਾ ਆਪਣਾ ਅਲੱਗ ਫਲੈਗ ਹੋਏਗਾ, ਕਿ ਅਮਰੀਕਾ ਦਾ ਝੰਡਾ ਇੱਕ ਅਲੱਗ ਹੋਏਗਾ, ਅਮਰੀਕਾ ਦੇ ਵਿੱਚ ਪਾਈਆਂ ਜਾਣ ਵਾਲੀਆਂ ਸਟੇਟਸ ਦਾ ਇੱਕ ਫਲੈਗ ਅਲੱਗ ਹੋਏਗਾ, ਔਰ ਕੌਨਸਟੀਟਿਊਸ਼ਨ ਇੱਕ ਪੂਰੇ ਕੰਟਰੀ ਦਾ ਹੋਏਗਾ, ਇੱਕ ਹਰੇਕ ਸਟੇਟ ਦਾ ਕੌਨਸਟੀਟਿਊਸ਼ਨ ਹੋਏਗਾ। ਪਰ ਜੋ ਸਾਡੇ ਇੰਡੀਆ ਦੇ ਵਿੱਚ ਆ ਹੋਲਡਿੰਗ ਟੂਗੈਦਰ ਗੌਰਮੈਂਟ, ਇਸ ਦੇ ਵਿੱਚ ਅਜਿਹਾ ਕੁਛ ਨਹੀਂ ਆ। ਇੰਡੀਆ ਦੇ ਵਿੱਚ ਇੱਕ ਹੀ ਕੌਨਸਟੀਟਿਊਸ਼ਨ ਹੈ ਔਰ ਪੂਰੀ ਕੰਟਰੀ ਦਾ ਇੱਕ ਹੀ ਫਲੈਗ ਆ। ਹਰੇਕ ਸਟੇਟ ਦਾ ਆਪਣਾ ਜੋ ਫਲੈਗ ਸੀ ਇੰਡੀਪੈਂਡੈਂਟ ਤੋਂ ਪਹਿਲਾਂ ਜੋ ਵੀ ਕਿੰਗਸ ਵਗੈਰਾ ਵੱਲੋਂ ਰੱਖੇ ਜਾਂਦੇ, ਆਪਣੀ ਆਰਮੀ ਰੱਖੀ ਜਾਂਦੀ ਜਾਂ ਫਲੈਗ ਆਪਣੇ ਸਿੰਬਲ ਦੇ ਤੌਰ 'ਤੇ ਯੂਜ਼ ਕੀਤੇ ਜਾਂਦੇ ਸੀ, ਉਹ ਸਾਰੇ ਰਿਜੈਕਟ ਕਰ ਦਿੱਤੇ ਗਏ। ਪੂਰੇ ਇੰਡੀਆ ਦਾ ਇੱਕ ਹੀ ਫਲੈਗ ਯੂਜ਼ ਕੀਤਾ ਜਾਂਦਾ ਹੈ। ਹੁਣ ਕਿਸੇ ਕੰਟਰੀ ਦੇ ਵਿੱਚ ਫਸਟ ਟਾਈਪ ਅਸੈਪਟ ਕਰਨੀ ਹੈ ਫੈਡਰਲਿਜ਼ਮ ਦੀ ਜਾਂ ਸੈਕਿੰਡ ਕਰਨੀ ਹੈ, ਇਹ ਸਾਰਾ ਕੁਝ ਡਿਪੈਂਡ ਕਰਦਾ ਹੈ ਉਸ ਕੰਟਰੀ ਦੇ ਹਿਸਟਰੀ ਦੀ ਬੈਕਗਰਾਊਂਡ 'ਤੇ, ਕਿ ਪੁਰਾਤਨ ਸਮੇਂ ਦੇ ਵਿੱਚ ਉਸ ਦੇਸ਼ ਦਾ ਇਤਿਹਾਸ ਕਿਹੋ ਜਿਹਾ ਰਿਹਾ ਹੈ। ਸਾਡੇ ਦੇਸ਼ ਦੇ ਵਿੱਚ ਫਸਟ ਟਾਈਪ ਤਾਂ ਨਹੀਂ ਸੀ ਅਸੈਪਟ ਕੀਤੀ ਜਾ ਸਕਦੀ ਕਿਉਂਕਿ ਸਾਡਾ ਦੇਸ਼ ਕਈਆਂ ਰਿਲੀਜੀਅਸ ਕਈ ਕਮਿਊਨਿਟੀ ਜਾਂ ਕਈ ਲੈਂਗੁਏਜ ਬੋਲਣ ਵਾਲੇ ਲੋਕਾਂ ਨੂੰ ਮਿਲਾ ਕੇ ਬਣਿਆ ਹੋਇਆ ਸੀ। ਸੋ ਇੰਡੀਪੈਂਡੈਂਟ 1947 ਤੋਂ ਪਹਿਲਾਂ ਸਾਡੇ ਦੇਸ਼ ਦੇ ਵਿੱਚ 2 ਟਾਈਪਸ ਸਟੇਟਸ ਸਨ। ਇੱਕ ਸਨ ਪ੍ਰਿੰਸਲੀ ਸਟੇਟਸ ਦਾ ਮਤਲਬ ਹੁੰਦਾ ਹੈ ਸਾਡੇ ਕੋਲ ਕਿ ਜੋ ਸਾਡਾ ਇੱਕ ਰਾਜਾ ਹੁੰਦਾ ਹੈ, ਰਾਜ ਦੇ ਅੱਗੇ ਵਾਰਸ ਹੁੰਦੇ ਆ, ਉਹ ਰਾਜ ਕਰਦੇ ਆ ਆਪਣੀ ਸਟੇਟਸ ਦੇ ਇਲਾਕੇ ਦੇ ਉੱਪਰ, ਜਿਵੇਂ ਪਟਿਆਲਾ, ਨਾਭਾ, ਜੀਂਦ, ਇਹ ਤਿੰਨਾਂ ਇਲਾਕਿਆਂ ਦੇ ਵਿੱਚ 1947 ਤੱਕ ਜੋ ਪਹਿਲਾਂ ਰਾਜੇ ਹੁੰਦੇ ਸੀ ਪੁਰਾਤਨ ਸਮੇਂ ਵਿੱਚ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਸਵੰਤ ਸਿੰਘ ਵਰਗੇ ਰਾਜੇ, ਉਹਨਾਂ ਦੇ ਅੱਗੇ ਪੁੱਤਰ ਇਹਨਾਂ ਸਟੇਟਸ ਦੇ ਉੱਪਰ ਰਾਜ ਕਰਦੇ ਪਏ ਸੀ। ਇਹ ਸਟੇਟਸ ਬ੍ਰਿਟਿਸ਼ ਦੇ ਅੰਡਰ ਨਹੀਂ ਸੀ। ਫਸਟ ਟਾਈਪ ਇਹ ਸੀ। ਸੈਕਿੰਡ ਟਾਈਪ ਸਾਡੇ ਕੋਲ ਹੈਗੀ ਸੀ ਜੋ ਡਾਇਰੈਕਟਲੀ ਬ੍ਰਿਟਿਸ਼ ਦੇ ਅੰਡਰ ਸਨ, ਜੋ ਸਟੇਟਸ ਡਾਇਰੈਕਟਲੀ ਬ੍ਰਿਟਿਸ਼ ਦੇ ਅੰਡਰ ਸਨ। ਸੋ 1947 ਦੇ ਵਿੱਚ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ, ਸਾਡੇ ਕੋਲ ਇਹ 2 ਸਟੇਟਸ ਸਾਹਮਣੇ ਆਈਆਂ। ਇਹਨਾਂ ਦੇ ਸਟੇਟਸ ਨੂੰ ਹੁਣ ਇਕੱਠਾ ਕਰਨ ਵਾਸਤੇ ਸਾਡੇ ਕੋਲ ਸੈਕਿੰਡ ਟਾਈਪ ਜੋ ਫੈਡਰਲਿਜ਼ਮ ਦੀ ਟਾਈਪ ਸੀ ਉਹ ਜ਼ਿਆਦਾ ਅਡੈਪਟੇਸ਼ਨ ਹੀ ਸਾਡੇ ਅਨੁਕੂਲ ਸੀ। ਕਿਉਂਕਿ ਅਗਰ ਅਸੀਂ ਫਸਟ ਟਾਈਪ ਜੇ ਫੈਡਰਲਿਜ਼ਮ ਦੀ ਅਸੈਪਟ ਕਰਦਾ ਸਾਡੇ ਕੰਟਰੀ, ਤਾਂ ਹੋ ਸਕਦਾ ਸੀ ਜਿਹੜੇ ਲੋਕ ਅੱਜ ਆਪਣੀ ਮਰਜ਼ੀ ਦੇ ਨਾਲ ਇੰਡੀਆ ਦੇ ਵਿੱਚ ਸ਼ਾਮਲ ਹੁੰਦੇ, ਆਉਣ ਵਾਲੇ ਫਿਊਚਰ ਦੇ ਵਿੱਚ ਉਹ ਆਪਣੇ ਅਲੱਗ ਫਲੈਗ ਨੂੰ, ਅਲੱਗ ਕੌਨਸਟੀਟਿਊਸ਼ਨ ਨੂੰ ਲੈ ਕੇ ਕੌਨਫਲਿਕਟ ਕਰ ਲੈਂਦੇ ਇੰਡੀਆ ਗੌਰਮੈਂਟ ਨਾਲ, ਔਰ ਇੱਕ ਅਲੱਗ ਕੰਟਰੀ ਦੀ ਡਿਮਾਂਡ ਕਰਨ ਲੱਗ ਜਾਂਦੀ। ਇਸ ਤਰੀਕੇ ਦੇ ਨਾਲ ਸਾਡੇ ਦੇਸ਼ ਦੇ ਜਿਹੜਾ ਵਾ ਟੋਟੇ ਹੋ ਸਕਦੇ, ਅਲੱਗ ਹੋ ਸਕਦੇ, ਸੈਪਰੇਸ਼ਨ ਹੋ ਸਕਦੀ, ਪਾਰਟੀਸ਼ਨ ਹੋ ਜਾਣੀ ਜਿਵੇਂ ਫਿਰ ਪਾਕਿਸਤਾਨ ਦੀ ਹੋਈ ਸੀ। ਸੋ ਅਜਿਹੀਆਂ ਸਿਚੁਏਸ਼ਨ ਨੂੰ ਅਵੋਇਡ ਕਰਨ ਵਾਸਤੇ ਸੈਕਿੰਡ ਟਾਈਪ ਹੀ ਸਾਡੇ ਦੇਸ਼ ਦੇ ਵਿੱਚ ਫੋਲੋ ਕੀਤੀ ਗਈ। ਇਸ ਦੇ ਅਨੁਸਾਰ ਜੋ ਵੀ ਸਟੇਟਸ ਸਾਡੇ ਦੇਸ਼ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ, ਸਾਰਿਆਂ ਦੇ ਜੋ ਪਹਿਲਾਂ ਫਲੈਗ ਸੀ ਜਾਂ ਕੌਨਸਟੀਟਿਊਸ਼ਨ ਉਹ ਸਾਰੇ ਰਿਜੈਕਟ ਕਰਕੇ ਪੂਰੇ ਕੰਟਰੀ ਦਾ ਇੱਕ ਫਲੈਗ ਔਰ ਇੱਕ ਕੌਨਸਟੀਟਿਊਸ਼ਨ ਬਣਾ ਦਿੱਤਾ ਗਿਆ। ਅਜਿਹੀ ਟਾਈਪ ਦੀ ਜੋ ਗੌਰਮੈਂਟ ਫੈਡਰਲਿਜ਼ਮ ਹੈ ਇੰਡੀਆ ਔਰ ਬੈਲਜੀਅਮ ਦੇ ਵਿੱਚ ਅਸੈਪਟ ਕੀਤੀ ਗਈ। ਬੈਲਜੀਅਮ ਦੇ ਵਿੱਚ ਵੀ ਸੇਮ ਇੰਡੀਆ ਵਾਂਗ ਇੱਕ ਤੋਂ ਜ਼ਿਆਦਾ ਕਮਿਊਨਿਟੀ ਨਾਲ ਸੰਬੰਧਿਤ ਰਿਲੇਟਡ ਲੋਕ ਰਹਿੰਦੇ ਸਨ, ਉੱਥੇ ਵੀ ਸੇਮ ਟਾਈਪ ਦੀ ਫੈਡਰਲਿਜ਼ਮ ਅਡੋਪਟ ਕੀਤੀ ਗਈ। ਨੈਕਸਟ ਸਾਡੇ ਕੋਲ ਆ ਜਾਂਦਾ ਹੈ
ਕਿ ਇੰਡੀਆ ਦੀਆਂ ਸਾਰੀਆਂ ਸਟੇਟਸ ਨੂੰ ਜਿਹੜਾ ਇੱਕ ਬਰਾਬਰ ਦਾ ਦਰਜਾ ਮਿਲਿਆ ਸੀ, ਕਿਸੇ ਦਾ ਕੋਈ ਅਲੱਗ ਕੌਨਸਟੀਟਿਊਸ਼ਨ ਜਾਂ ਕਿਸੇ ਦਾ ਅਲੱਗ ਫਲੈਗ ਨਹੀਂ ਸੀ। ਪਰ ਇਹਨਾਂ ਦੇ ਇੰਡੀਆ ਦੇ ਵਿੱਚ ਇੱਕ ਸਟੇਟ ਸੀ ਸਾਡੀ ਜੰਮੂ ਐਂਡ ਕਸ਼ਮੀਰ, ਜਿਸ ਦਾ ਕਿ ਇੱਕ ਅਲੱਗ ਫਲੈਗ ਸੀ, ਅਲੱਗ ਹੀ ਕੌਨਸਟੀਟਿਊਸ਼ਨ ਸੀ। ਮਤਲਬ ਉੱਥੋਂ ਦੇ ਰਹਿਣ ਵਾਲੇ ਲੋਕਾਂ ਦੇ ਕੋਲ ਡਬਲ ਸਿਟੀਜ਼ਨਸ਼ਿਪ ਹੁੰਦੀ ਸੀ। ਇੱਕ ਤਾਂ ਆਪਣੀ ਸਟੇਟ ਜੰਮੂ ਐਂਡ ਕਸ਼ਮੀਰ ਦੇ ਨਾਗਰਿਕ ਹੁੰਦੇ ਸਨ, ਇੱਕ ਸਾਡੇ ਦੇਸ਼ ਦੇ ਨਾਗਰਿਕ ਹੁੰਦੇ ਸਨ। ਅਜਿਹਾ ਕਿਉਂ ਸੀ? ਕਿਉਂਕਿ 1947 ਦੇ ਵਿੱਚ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਵਾ, ਉਸ ਸਮੇਂ ਜੰਮੂ ਐਂਡ ਕਸ਼ਮੀਰ ਵੀ ਇੱਕ ਇੰਡੀਪੈਂਡੈਂਟ ਕੰਟਰੀ ਸੀ। ਉੱਥੋਂ ਦਾ ਰਾਜਾ ਸੀ ਹਰੀ ਸਿੰਘ। ਇਸ ਰਾਜੇ ਦੇ ਸਮੇਂ ਪਾਕਿਸਤਾਨ ਵਾਲੀ ਸਾਈਡ ਤੋਂ ਕੁਝ ਕਬੀਲਿਆਂ ਨੇ ਜੰਮੂ ਐਂਡ ਕਸ਼ਮੀਰ ਦੇ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਅਜਿਹੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਜੰਮੂ ਐਂਡ ਕਸ਼ਮੀਰ ਦਾ ਕੁਝ ਇਲਾਕਾ ਉਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਮਿਲਾ ਵੀ ਲਿਆ। ਇਹਨਾਂ ਹਮਲਿਆਂ ਤੋਂ ਦੁਖੀ ਹੋ ਕੇ ਉਹ ਰਾਜੇ ਨੂੰ ਲੱਗਾ ਕਿ ਮੈਂ ਆਪਣੇ ਲੋਕਾਂ ਦੀ ਰੱਖਿਆ ਨਹੀਂ ਕਰ ਸਕਦਾ। ਉਹਨੇ ਇੰਡੀਆ ਦੀ ਗੌਰਮੈਂਟ ਨੂੰ ਰਿਕੁਐਸਟ ਕੀਤੀ ਕਿ ਮੇਰਾ ਜੰਮੂ ਐਂਡ ਕਸ਼ਮੀਰ ਦਾ ਇਲਾਕਾ ਇੰਡੀਆ ਦੇ ਵਿੱਚ ਮਿਲਾ ਲਿਆ ਜਾਵੇ, ਪਰ ਉਸ ਦੇ ਲਈ ਮੇਰੀਆਂ ਕੁਝ ਕੰਡੀਸ਼ਨ ਸ਼ਰਤਾਂ ਮੰਨੀਆਂ ਜਾਣ। ਸ਼ਰਤਾਂ ਉਹਨੇ ਕੀ ਰੱਖੀਆਂ ਕਿ ਮੇਰੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਭਾਰਤ ਦਾ ਕੋਈ ਵੀ ਆਦਮੀ ਆਣ ਕੇ ਜ਼ਮੀਨ ਜਾਇਦਾਦ ਨਹੀਂ ਖਰੀਦ ਸਕਦਾ। ਜੰਮੂ ਕਸ਼ਮੀਰ ਦਾ ਇੱਕ ਅਲੱਗ ਝੰਡਾ ਹੋਇਆ ਕਰੇਗਾ, ਤੁਹਾਡਾ ਤਿਰੰਗਾ ਵੀ ਇੱਥੇ ਲੱਗਾ, ਪਰ ਜੰਮੂ ਕਸ਼ਮੀਰ ਦਾ ਅਲੱਗ ਫਲੈਗ ਵੀ ਇੱਥੇ ਲੱਗਿਆ ਰਹੇਗਾ। ਨੈਕਸਟ ਉਹਨੇ ਆਖਿਆ ਕਿ ਸਾਡੇ ਜੰਮੂ ਐਂਡ ਕਸ਼ਮੀਰ ਦਾ ਇੱਕ ਅਲੱਗ ਕੌਨਸਟੀਟਿਊਸ਼ਨ ਹੋਏਗਾ, ਕਿ ਤੁਹਾਡਾ ਕੌਨਸਟੀਟਿਊਸ਼ਨ ਵੀ ਅਸੀਂ ਫੋਲੋ ਕਰਾਂਗੇ ਔਰ ਜੰਮੂ ਕਸ਼ਮੀਰ ਦਾ ਕੌਨਸਟੀਟਿਊਸ਼ਨ ਵੀ ਜੋ ਸਾਡਾ ਪਹਿਲਾਂ ਚੱਲਦਾ ਪਿਆ ਉਹ ਵੀ ਫੋਲੋ ਕੀਤਾ ਜਾਏਗਾ। ਇੰਡੀਆ ਗੌਰਮੈਂਟ ਨੂੰ ਲੱਗਾ ਕਿ ਸਾਨੂੰ ਇੱਕ ਬਿਨਾਂ ਲੜਾਈ ਝਗੜੇ ਦੇ ਇਲਾਕਾ ਮਿਲ ਰਿਹਾ ਹੈ। ਇੰਡੀਆ ਗੌਰਮੈਂਟ ਇਹ ਸਾਰੀਆਂ ਕੰਡੀਸ਼ਨ ਐਕਸੈਪਟ ਕਰ ਲਈਆਂ। ਪਰ ਹੁਣ 70 ਈਅਰਸ ਤੋਂ ਬਾਅਦ 70 ਸਾਲਾਂ ਬਾਅਦ ਜੰਮੂ ਐਂਡ ਕਸ਼ਮੀਰ ਨੂੰ ਜੋ ਸਪੈਸ਼ਲ ਸਟੇਟਸ ਦਿੱਤਾ ਗਿਆ ਸੀ, ਇਹਨੂੰ ਰਿਵੋਕ ਕਰ ਲਿਆ ਗਿਆ, ਖ਼ਤਮ ਕਰ ਦਿੱਤਾ ਗਿਆ। ਲਾਸਟ ਈਅਰ 5 to 9 ਅਗਸਤ ਦੇ ਬਿਟਵੀਨ ਪਾਰਲੀਮੈਂਟ ਦੇ ਵਿੱਚ ਜੋ ਸੰਸਦ ਦੇ ਵਿੱਚ ਲਾਅ ਪਾਸ ਕੀਤਾ ਗਿਆ, ਉਸ ਅਨੁਸਾਰ ਇਹਨੂੰ ਖ਼ਤਮ ਕਰ ਦਿੱਤਾ ਗਿਆ। ਖ਼ਤਮ ਕਰਕੇ ਕੀ ਕੀਤਾ ਗਿਆ, ਹੁਣ ਪੂਰੇ ਜੰਮੂ ਕਸ਼ਮੀਰ ਨੂੰ 2 ਪਾਰਟਸ ਦੇ ਵਿੱਚ ਵੰਡ ਦਿੱਤਾ ਗਿਆ, ਜਿਸ ਦੇ ਅਨੁਸਾਰ ਜੰਮੂ ਐਂਡ ਕਸ਼ਮੀਰ ਔਰ ਲੱਦਾਖ ਅਲੱਗ-ਅਲੱਗ ਯੂਨੀਅਨ ਟੈਰੀਟਰੀਜ਼ ਬਣਾ ਦਿੱਤੀਆਂ ਗਈਆਂ, ਜਿਸ ਦੇ ਅਨੁਸਾਰ ਇਸ ਦਾ ਹੁਣ ਕੋਈ ਆਪਣਾ ਅਲੱਗ ਫਲੈਗ ਨਹੀਂ ਹੈ, ਕੋਈ ਅਲੱਗ ਇਸ ਦਾ ਕੌਨਸਟੀਟਿਊਸ਼ਨ ਨਹੀਂ ਹੈ। ਇਹਦਾ ਸਪੈਸ਼ਲ ਸਟੇਟਸ ਖ਼ਤਮ ਕਰਨ ਦਾ ਰੀਜ਼ਨ ਦੱਸਿਆ ਗਿਆ ਕਿ ਇੱਥੇ ਅਲੱਗ ਚੀਜ਼ਾਂ ਹੋਣ ਦਾ ਕਰਕੇ ਟੈਰੋਰਿਸਟ ਆਤੰਕਵਾਦ ਬਹੁਤ ਜ਼ਿਆਦਾ ਵੱਧ ਰਿਹਾ ਹੈ। ਸੋ ਨੈਕਸਟ ਸਾਡੇ ਆ ਜਾਂਦਾ ਹੈ ਕਿ ਕਿਹੜੀ ਚੀਜ਼ ਹੈ ਜੋ ਇੰਡੀਆ ਨੂੰ ਫੈਡਰਲਿਜ਼ਮ ਕੰਟਰੀ ਬਣਾਉਂਦੀ ਹੈ। ਵਟ ਮੇਕਸ ਇੰਡੀਆ ਏ ਫੈਡਰਲ ਕੰਟਰੀ? ਇਨ ਦੀਜ਼ ਪੈਰਾਗ੍ਰਾਫਸ ਦੇ ਐਕਸਪਲੇਨ ਦਾ ਕੰਡੀਸ਼ਨ ਆਫ ਦਾ ਕੰਟਰੀ ਡਿਊਰਿੰਗ ਦਾ ਪਾਰਟੀਸ਼ਨ, ਕਿ ਇੰਡੀਆ ਦੀ ਪਾਰਟੀਸ਼ਨ ਵੰਡ ਇੱਕ, ਜਾਂ ਕਹਿ ਸਕਦਾ ਇੰਡੀਆ ਨੂੰ ਆਜ਼ਾਦੀ ਇੱਕ ਖੂਨੀ ਵੰਡ ਤੋਂ ਬਾਅਦ ਪ੍ਰਾਪਤ ਹੋਈ ਸੀ। ਸੋ ਇੰਡੀਆ ਦੀ ਗੌਰਮੈਂਟ ਨਹੀਂ ਸੀ ਚਾਹੁੰਦੀ ਕਿ ਅਗੇਨ ਅਜਿਹੀ ਸਿਚੁਏਸ਼ਨ ਸਾਡੇ ਦੇਸ਼ ਦੇ ਵਿੱਚ ਪੈਦਾ ਹੋਵੇ ਕਿ ਅਲੱਗ-ਅਲੱਗ ਕਮਿਊਨਿਟੀਜ਼ ਇੱਥੇ ਰਹਿੰਦੀਆਂ ਪਈਆਂ, ਇਹ ਕਮਿਊਨਿਟੀਜ਼ ਫਿਰ ਅਜਿਹੀ ਸਿਚੁਏਸ਼ਨ ਪੈਦਾ ਕਰਨ। ਸੋ ਅਜਿਹੀ ਸਿਚੁਏਸ਼ਨ ਨੂੰ ਅਵੋਇਡ ਕਰਨ ਵਾਸਤੇ, ਜਿਵੇਂ ਅਸੀਂ ਪਹਿਲਾਂ ਪੜ੍ਹਿਆ ਕਿ ਫੈਡਰਲਿਜ਼ਮ ਨੂੰ ਅਡੋਪਟ ਕਰ ਲਿਆ ਗਿਆ। ਫਿਰ ਫੈਡਰਲਿਜ਼ਮ ਦੇ ਵਿੱਚ ਅਸੀਂ ਪੜ੍ਹਿਆ ਕਿ ਪਾਵਰਸ ਡਿਸਟਰੀਬਿਊਟ ਕੀਤੀਆਂ ਹੁੰਦੀਆਂ। ਪਾਵਰਸ ਡਿਸਟਰੀਬਿਊਟ ਆਪਾਂ ਪੜ੍ਹਿਆ ਕਿ ਲੋਕਲ ਗੌਰਮੈਂਟ, ਸੈਂਟਰ ਗੌਰਮੈਂਟ ਔਰ ਸਟੇਟ ਗੌਰਮੈਂਟ ਦੇ ਵਿਚਕਾਰ ਡਿਸਟਰੀਬਿਊਟ ਕੀਤੀਆਂ ਜਾਂਦੀਆਂ ਨੇ। So in these pages we read which kind of powers unionist have, which kind of powers state government have, and which kind of powers a local government have, कि state, center और local government ਦੇ ਕੋਲ ਕਿਹੜੀਆਂ powers ਮੌਜੂਦ ਨੇ। So this is the list of the powers that enjoyed by a center, state or local government. First is the national ਫੈਡਰਲ ਗੌਰਮੈਂਟ, ਕਿ ਜੋ ਸਾਡੀ ਨੈਸ਼ਨਲ ਗੌਰਮੈਂਟ, ਸੈਂਟਰ ਗੌਰਮੈਂਟ, ਉਸ ਦੇ ਕੋਲੋਂ ਕੀ ਪਾਵਰਸ ਨੇ। ਰੈਗੂਲੇਟ ਫੋਰਨ ਐਂਡ ਇੰਟਰਸਟੇਟ ਕਮਰਸ, ਕਿ ਫੋਰਨ ਦੇ ਨਾਲ ਸੰਬੰਧ ਸਥਾਪਿਤ ਕਰਨੇ ਔਰ ਵਪਾਰ ਦੀਆਂ ਸੰਧੀਆਂ ਕਰਨੀਆਂ ਔਰ ਵਪਾਰ ਕਰਨਾ। ਜਿਸ ਤਰ੍ਹਾਂ ਸਾਡੀ ਬਾਉਂਡਰੀ ਪਾਕਿਸਤਾਨ ਦੇ ਨਾਲ ਲੱਗਦੀ ਆ, ਅਸੀਂ ਆਪਣਾ ਵਪਾਰ ਟਰੇਡ ਹਰਿਆਣਾ ਦੇ ਨਾਲ, ਹਿਮਾਚਲ ਪ੍ਰਦੇਸ਼ ਜਾਂ ਇੰਟਰਸਟੇਟ ਕਿਸੇ ਵੀ ਸਟੇਟ ਦੇ ਨਾਲ ਕਰ ਸਕਦੇ ਹਾਂ, ਪਰ ਅਸੀਂ ਡਾਇਰੈਕਟਲੀ ਤੌਰ 'ਤੇ ਪਾਕਿਸਤਾਨ ਦੇ ਨਾਲ ਟਰੇਡ ਨਹੀਂ ਕਰ ਸਕਦੇ, ਵਪਾਰ ਨਹੀਂ ਕਰ ਸਕਦੇ, ਕਿਉਂਕਿ ਇਹ ਵਪਾਰ ਕਰਨ ਦਾ ਅਧਿਕਾਰ ਕਿਸੇ ਦੇਸ਼ ਦੇ ਨਾਲ ਕਰਨਾ ਹੈ ਜਾਂ ਨਹੀਂ ਕਰਨਾ, ਉਹ ਸਾਰਾ ਕੁਛ ਰਾਈਟ ਸਾਡੀ ਸੈਂਟਰ ਗੌਰਮੈਂਟ ਦੇ ਕੋਲ ਹੈ ਕੌਨਸਟੀਟਿਊਸ਼ਨ ਦੇ ਅਨੁਸਾਰ। ਸੈਕਿੰਡ ਆ ਜਾਂਦਾ ਹੈ ਕੋਇਨ ਮਨੀ, ਕਿ ਆਪਣੇ ਦੇਸ਼ ਦੀ ਜੋ ਕਰੰਸੀ ਹੈ, ਜਿਵੇਂ ਸਾਡੇ ਦੇਸ਼ ਦੇ ਰੂਪੀਸ ਕਰੰਸੀ ਆ, ਉਸ ਕਰੰਸੀ ਨੂੰ ਮਿੰਟ ਕਰਨਾ, ਛਾਪਣਾ ਸਾਰਾ ਅਧਿਕਾਰ ਖੇਤਰ ਸੈਂਟਰ ਗੌਰਮੈਂਟ ਆ। ਸੈਂਟਰ ਤੋਂ ਇਲਾਵਾ ਸਟੇਟ ਗੌਰਮੈਂਟ ਜਾਂ ਲੋਕਲ ਗੌਰਮੈਂਟ ਆਪਣੀ ਕਰੰਸੀ ਨਹੀਂ ਛਾਪ ਸਕਦੀਆਂ। ਨੈਕਸਟ ਆ ਜਾਂਦਾ ਹੈ ਟੈਕਸ ਇੰਪੋਰਟ ਐਂਡ ਐਕਸਪੋਰਟ। ਇੰਪੋਰਟ ਜਿਵੇਂ ਸਾਨੂੰ ਪਤਾ ਹੁੰਦਾ ਹੈ
कि आज़ाद करना, एक्सपोर्ट मतलब निर्यात करਨਾ कि ਆਪਣੇ ਦੇਸ਼ ਤੋਂ ਸਮਾਨ ਬਾਹਰ ਭੇਜਣਾ। ਜੋ ਵੀ ਅਸੀਂ ਇੰਪੋਰਟ ਸਮਾਨ ਮੰਗਵਾਉਂਦੇ ਪਏ ਹਾਂ ਆਪਣੇ ਦੇਸ਼ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਕੋਲੋਂ, ਫੋਰਨ ਕੰਟਰੀ ਕੋਲੋਂ, ਔਰ ਜੋ ਸਮਾਨ ਅਸੀਂ ਐਕਸਪੋਰਟ ਕਰਦੇ ਪਏ ਹਾਂ, ਸੇਲ ਕਰਦੇ ਪਏ ਹਾਂ ਉਹਨਾਂ ਕੰਟਰੀਜ਼ ਨੂੰ, ਉਹ ਸਾਰੇ ਦੇ ਉੱਪਰ ਜੋ ਟੈਕਸ ਲਗਾਉਣਾ, ਘੱਟ ਕਰਨਾ ਜਾਂ ਇਨਕਰੀਜ਼ ਕਰਨਾ, ਸਾਰਾ ਕੁਛ ਅਧਿਕਾਰ ਖੇਤਰ ਆ ਨੈਸ਼ਨਲ ਗੌਰਮੈਂਟ ਦੇ ਕੋਲ। ਨੈਕਸਟ ਆ ਜਾਂਦਾ ਐਸਟੈਬਲਿਸ਼ ਐਂਡ ਰੈਗੂਲੇਟ ਦਾ ਪੋਸਟਲ ਸਿਸਟਮ। ਸਾਡੇ ਦੇਸ਼ ਦੇ ਵਿੱਚ ਜੋ ਪੋਸਟਲ ਸਿਸਟਮ ਚੱਲਦਾ ਪਿਆ ਹੈ ਉਸ ਨੂੰ ਐਸਟੈਬਲਿਸ਼ ਕਰਨਾ, ਸਥਾਪਿਤ ਕਰਨਾ ਔਰ ਉਸ ਦਾ ਮੈਨੇਜ ਕਰਨਾ, ਪ੍ਰਬੰਧ ਕਰਨਾ ਵੀ ਸੈਂਟਰ ਗੌਰਮੈਂਟ ਦੇ ਕੋਲ ਹੈ। ਨੈਕਸਟ ਆ ਜਾਂਦਾ ਕੰਡਕਟ ਫੋਰਨ ਰਿਲੇਸ਼ਨਸ ਐਂਡ ਮੇਕ ਟ੍ਰੀਟੀਸ, ਕਿ ਫੋਰਨ ਦੇ ਨਾਲ, ਵਿਦੇਸ਼ਾਂ ਦੇ ਨਾਲ ਸਮਝੌਤਾ ਕਰਨਾ, ਸੰਧੀਆਂ ਕਰਨੀਆਂ ਅਤੇ ਉਹਨਾਂ ਦੇ ਨਾਲ ਰਿਸ਼ਤੇ ਬਣਾਉਣਾ। ਕ੍ਰੀਏਟ ਐਂਡ ਮੇਨਟੇਨ ਆਰਮਡ ਫੋਰਸਿਸ, ਆਪਣੇ ਦੇਸ਼ ਦੀ ਸੁਰੱਖਿਆ ਵਾਸਤੇ ਆਰਮੀ ਦਾ ਪ੍ਰਬੰਧ ਕਰਨਾ ਅਤੇ ਆਰਮੀ ਦੀ ਭਰਤੀ ਕਰਨੀ। ਡਿਕਲੇਅਰ ਵਾਰ, ਯੁੱਧ ਦੀ ਘੋਸ਼ਣਾ ਕਰਨੀ। ਡਿਕਲੇਅਰ ਵਾਰ ਮਤਲਬ ਸਾਡੇ ਪੰਜਾਬ ਦੇ ਉੱਪਰ ਮੰਨ ਲਓ ਪਾਕਿਸਤਾਨ ਵਾਲੀ ਸਾਈਡ ਤੋਂ ਹਮਲਾ ਹੋ ਜਾਂਦਾ ਹੈ ਅਤੇ ਪੰਜਾਬ ਦੀ ਗੌਰਮੈਂਟ ਡਿਕਲੇਅਰ ਨਹੀਂ ਕਰ ਸਕਦੀ ਕਿ ਸਾਡਾ ਯੁੱਧ ਲੱਗ ਗਿਆ, ਨਹੀਂ। ਪੰਜਾਬ ਦੀ ਗੌਰਮੈਂਟ ਤੋਂ ਉੱਪਰ ਸੈਂਟਰ ਗੌਰਮੈਂਟ ਹੈ। ਸੈਂਟਰ ਗੌਰਮੈਂਟ ਕਹਿ ਸਕਦੀ ਹੈ ਕਿ ਸਾਡੇ ਦੇਸ਼ ਦੇ ਇੱਕ ਪਾਰਟ ਦੇ ਉੱਪਰ ਹਮਲਾ ਹੋਇਆ ਹੈ, ਸੋ ਇਸ ਕਰਕੇ ਅਸੀਂ ਵਾਰ ਡਿਕਲੇਅਰ ਕਰਦੇ ਹਾਂ, ਯੁੱਧ ਦੀ ਘੋਸ਼ਣਾ ਕਰਦੇ ਹਾਂ। ਨੈਕਸਟ ਸਾਡੇ ਕੋਲ ਆ ਜਾਂਦਾ ਵਾ ਅਮੈਂਡ ਦਾ ਕੌਨਸਟੀਟਿਊਸ਼ਨ। ਅਮੈਂਡ ਸੋਧ ਕਰਨਾ। ਸੋਧ ਮਤਲਬ ਸੰਵਿਧਾਨ ਦੇ ਵਿੱਚ ਜੋ ਕਾਨੂੰਨ ਲਿਖੇ ਗਏ ਆ ਉਹਨਾਂ ਦੇ ਵਿੱਚ ਕੋਈ ਨਵਾਂ ਕਾਨੂੰਨ ਐਡ ਕਰਨਾ, ਜਾਂ ਕੋਈ ਪੁਰਾਣਾ ਕਾਨੂੰਨ ਆ ਜੋ ਹੁਣ ਬੇਕਾਰ ਹੋ ਗਿਆ ਉਸ ਨੂੰ ਖਤਮ ਕਰ ਦੇਣਾ। ਅਜਿਹੀ ਅਮੈਂਡਮੈਂਟ ਨੈਸ਼ਨਲ ਗੌਰਮੈਂਟ, ਸਟੇਟ ਗੌਰਮੈਂਟ ਦੇ ਜੋ ਮਿਨਿਸਟਰ ਰਿਪਰੈਜ਼ੈਂਟੇਟਿਵ ਅਸੀਂ ਆਪਣੇ ਹਲਕੇ ਦੇ ਵਿੱਚ ਮੰਤਰੀ ਚੁਣ ਕੇ ਭੇਜਦੇ ਹਾਂ, ਉਹਨਾਂ ਦੀ ਹੈਲਪ ਦੇ ਨਾਲ ਕਰ ਦਈਏ। ਲਾਸਟ ਪੁਆਇੰਟ ਆ ਜਾਂਦਾ ਹੈ ਟੂ ਮੇਕ ਦਾ ਲਾਸ ਵਿਚ ਸ਼ੈਲ ਬੀ ਦਾ ਨੈਸੈਸਰੀ ਐਂਡ ਪ੍ਰੋਪਰ ਫਾਰ ਦਾ ਕੈਰਿੰਗ ਆਊਟ ਨਿਊਮਰੇਟਡ ਪਾਵਰਸ। ਕੁਝ ਅਜਿਹੇ ਲਾਅ ਬਣਾਉਣਾ ਅਤੇ ਉਹਨਾਂ ਦਾ ਪ੍ਰੋਪਰ ਉਹਨਾਂ ਨੂੰ ਮੈਨੇਜ ਕਰਨਾ ਜੋ ਕਿਸੇ ਦੂਸਰੇ ਲਾਅ ਦੀ ਵਰਣਨ ਵਾਸਤੇ ਜ਼ਰੂਰੀ ਹੋਣ। ਨਿਊਮਰੇਟਰ ਮਤਲਬ ਦੂਸਰੇ ਲਾਅ ਨੂੰ ਐਕਸਪਲੇਨ ਕਰਨ ਵਾਸਤੇ ਜ਼ਰੂਰੀ ਹੋਣ। ਸੋ ਦੀਜ਼ ਆਰ ਦਾ ਪਾਵਰਸ ਆਫ ਨੈਸ਼ਨਲ ਔਰ ਸੈਂਟਰ ਗੌਰਮੈਂਟ। ਨਾਓ ਵੀ ਰੀਡ ਦਾ ਪਾਵਰਸ ਆਫ ਦਾ ਸਟੇਟ ਗੌਰਮੈਂਟਸ। ਸਟੇਟ ਪਾਵਰ, ਸਟੇਟ ਗੌਰਮੈਂਟ ਕੀ ਵਰਕ ਕਰ ਸਕਦੀ ਹੈ। ਰੈਗੂਲੇਟ ਇੰਟਰਸਟੇਟ ਕਮਰਸ। ਇੰਟਰਸਟੇਟ ਕਮਰਸ ਮਤਲਬ ਸਾਡੇ ਦੇਸ਼ ਦੀਆਂ ਜੋ ਦੂਸਰੀਆਂ ਸਟੇਟਸ ਨੇ ਉਹਨਾਂ ਦੇ ਨਾਲ ਵਪਾਰ ਦੇ ਰਿਸ਼ਤੇ ਕਾਇਮ ਕਰ ਸਕਦੀ, ਉਹਨਾਂ ਦੇ ਨਾਲ ਵਪਾਰ ਕਰ ਸਕਦੀ ਹੈ। ਐਸਟੈਬਲਿਸ਼ ਐਂਡ ਮੇਨਟੇਨ ਸਕੂਲਸ। ਆਪਣੀ ਸਟੇਟ ਦੇ ਵਿੱਚ ਸਕੂਲਾਂ ਦਾ ਪ੍ਰਬੰਧ ਕਰਨਾ ਔਰ ਸਕੂਲ ਸਥਾਪਿਤ ਕਰਨੇ। ਐਸਟੈਬਲਿਸ਼ ਲੋਕਲ ਗੌਰਮੈਂਟ। ਆਪਣੀ ਸਟੇਟ ਦੇ ਵਿੱਚ ਲੋਕਲ ਗੌਰਮੈਂਟਸ ਮਤਲਬ ਜਿਸ ਤਰ੍ਹਾਂ ਵਿਲੇ ਦੇ ਵਿੱਚ ਪੰਚਾਇਤ ਹੋ ਜਾਂਦੀ ਹੈ, ਸਰਪੰਚ ਹੋ ਜਾਂਦਾ, ਇਸੇ ਤਰ੍ਹਾਂ ਅਰਬਨ ਏਰੀਏ ਦੇ ਵਿੱਚ ਮਿਊਨਸਿਪੈਲਿਟੀ, ਨਗਰ ਪੰਚਾਇਤ, ਨਗਰ ਪਾਲਿਕਾ ਐਕਸੈਕਟਰਾ ਜੋ ਲੋਕਲ ਗੌਰਮੈਂਟਸ ਨੇ ਉਹਨਾਂ ਨੂੰ ਇਸਟੈਬਲਿਸ਼ ਕਰਨਾ। ਇਸ਼ੂ ਲਾਇਸੈਂਸ, ਪਰਮਿਟ ਐਂਡ ਸਰਟੀਫਿਕੇਟ, ਕਿ ਸਟੇਟ ਦੇ ਗੌਰਮੈਂਟ ਦੇ ਪੀਪਲਸ ਨੇ ਉਹਨਾਂ ਨੂੰ ਕੋਈ ਲਾਇਸੈਂਸ ਚਾਹੀਦਾ ਹੈ, ਵੈਪਨਸ ਦਾ ਲਾਇਸੈਂਸ ਚਾਹੀਦਾ ਹੈ, ਡਰਾਈਵਿੰਗ ਲਾਇਸੈਂਸ ਚਾਹੀਦਾ ਹੈ, ਜਾਂ ਕੋਈ ਪਰਮਿਟ ਚਾਹੀਦਾ ਹੈ। ਪਰਮਿਟ ਹੁੰਦਾ ਹੈ ਕਿ ਕੋਈ ਪਰਮਿਸ਼ਨ ਲੈਣੀ, ਜਿਸ ਤਰ੍ਹਾਂ ਹੁਣ ਅਸੀਂ ਪਾਸ ਲੈ ਕੇ ਕਰੋਨਾ ਦਾ ਕਰਕੇ ਜਾਂ ਆਪਣੇ ਕੋਵਿਡ-19 ਦਾ ਕਰਕੇ ਕਿਸੇ ਵੀ ਅਰਬਨ ਏਰੀਏ ਦੇ ਵਿੱਚ ਜਾਣਾ, ਸਾਡੇ ਕੋਲ ਪਾਸ ਹੋਣਾ ਜ਼ਰੂਰੀ ਹੈ। ਸੋ ਅਜਿਹੀ ਕੋਈ ਪਰਮਿਸ਼ਨ ਲੈਣ ਵਾਸਤੇ ਪਰਮਿਟ ਹੈ ਉਹ ਵੀ ਸਾਨੂੰ ਸਟੇਟ ਗੌਰਮੈਂਟ ਇਸ਼ੂ ਕਰੇਗੀ, ਜਾਂ ਸਾਡਾ ਕਾਸਟ, ਰਿਲੀਜਨ ਜਾਂ ਬਰਥ ਸਰਟੀਫਿਕੇਟ ਕੁਛ ਵੀ ਲੈਣਾ ਸਾਨੂੰ ਉਹ ਸਟੇਟ ਗੌਰਮੈਂਟ ਇਸ਼ੂ ਕਰੇਗੀ। ਪ੍ਰੋਟੈਕਟ ਪਬਲਿਕ ਹੈਲਥ, ਸੇਫਟੀ ਐਂਡ ਦਾ ਮੋਰਲਸ, ਕਿ ਆਪਣੇ ਦੇਸ਼ ਦੇ ਜੋ ਲੋਕ ਨੇ ਉਹਨਾਂ ਦੀ ਹੈਲਥ ਸੇਫਟੀ ਦੇ ਮੈਨੇਜ ਕਰਨਾ, ਉਹਨਾਂ ਨੂੰ ਸੁਰੱਖਿਅਤ ਰੱਖਣਾ। ਮੇਨਟੇਨ ਸਟੇਟ ਮਿਲਿਟੀਆ, ਮਤਲਬ ਆਪਣੇ ਸਟੇਟ ਦੇ ਲੋਕਾਂ ਦੀ ਸੁਰੱਖਿਆ ਵਾਸਤੇ ਪੁਲਿਸ ਦਾ ਪ੍ਰਬੰਧ ਕਰਨਾ। ਸੋ ਨਾਓ ਦੀਜ਼ ਆਰ ਦਾ ਵਰਕ ਫਾਰ ਦਾ ਲੋਕਲ ਗੌਰਮੈਂਟਸ। ਦਿਸ ਇਜ਼ ਦਾ ਲਿਸਟ ਆਫ ਦਾ ਕੌਨਕਰੈਂਟ ਪਾਵਰਸ। ਕੌਨਕਰੈਂਟ ਪਾਵਰਸ ਮੀਨਸ ਉਹ ਵਾਲੀਆਂ ਪਾਵਰਸ ਜਿਨ੍ਹਾਂ ਦੇ ਉੱਪਰ ਸਟੇਟ ਗੌਰਮੈਂਟ ਔਰ ਸੈਂਟਰ ਗੌਰਮੈਂਟ ਲੋੜ ਪੈਣ 'ਤੇ ਆਪਣਾ ਆਪਣਾ ਕਾਨੂੰਨ ਬਣਾ ਸਕਦੀ ਹੈ। ਈਜ਼ੀ ਵਰਡਸ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਸ ਦੇ ਵਿੱਚ ਉਹ ਵਰਕ ਨੇ ਜੋ ਸੈਂਟਰ ਔਰ ਸਟੇਟ ਗੌਰਮੈਂਟ ਦੇ ਨਾਲ ਸੰਬੰਧਿਤ ਹੁੰਦੇ ਨੇ, ਦੋਨਾਂ ਦੇ ਵਿਸ਼ਿਆਂ ਦੇ ਨਾਲ ਸੰਬੰਧਿਤ ਹੁੰਦੇ ਨੇ। ਫਸਟ ਲੈਵੀ ਟੈਕਸਿਸ, ਮਤਲਬ ਟੈਕਸ ਲਗਾਉਣਾ। ਕੁਝ ਟੈਕਸ ਸੈਂਟਰ ਗੌਰਮੈਂਟ ਵੱਲੋਂ ਲਗਾਏ ਗਏ ਆ, ਉਹੀ ਚੀਜ਼ ਸਾਡੇ ਦੇਸ਼ ਦੇ ਵਿੱਚ ਆ ਰਹੀ ਹੈ, ਜਿਵੇਂ ਕਿ ਪੈਟਰੋਲ ਹੈ। ਪੈਟਰੋਲ ਦੇ ਉੱਪਰ ਸੈਂਟਰ ਗੌਰਮੈਂਟ ਆਪਣਾ ਟੈਕਸ ਲੈਂਦੀ ਪਈ ਹੈ। ਸਾਡੇ ਸਟੇਟ ਦੇ ਲੋਕਾਂ ਨੇ ਪੈਟਰੋਲ, ਡੀਜ਼ਲ ਵਗੈਰਾ ਜੋ ਯੂਜ਼ ਕਰਨਾ ਹੈ ਉਸ ਦੇ ਉੱਪਰ ਟੈਕਸ ਇਨਕਰੀਜ਼ ਵਗੈਰਾ ਕਰਨਾ ਹੈ। ਆਪਣੀ ਆਮਦਨ ਸੋਰਸਿਸ ਆਫ ਇਨਕਮ ਜੋ ਉਹਨਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਪੈਟਰੋਲ ਤੋਂ ਟੈਕਸ ਆਪਣੀਆਂ ਸਟੇਟਸ ਲੈ ਸਕਦੀਆਂ ਨੇ। ਸੋ ਆਪਣੀ ਇਨਕਮ ਵਾਸਤੇ ਅਸੀਂ ਪੈਟਰੋਲ ਜਾਂ ਅਜਿਹੇ ਹੋਰ ਵੀ ਮਿਨਰਲਸ ਜੋ ਵੀ ਯੂਜ਼ ਕਰਦੇ ਹਾਂ ਉਹਨਾਂ ਦੇ ਉੱਪਰ ਸਟੇਟ ਗੌਰਮੈਂਟ ਟੈਕਸ ਲੈ ਸਕਦੀ ਹੈ। ਬੋਰੋ ਮਨੀ, ਪੈਸਾ ਉਧਾਰ ਲੈਣਾ। ਸਾਡੀ ਸਟੇਟ ਗੌਰਮੈਂਟ ਆਪਣੇ ਕੰਟਰੀ ਦੀ ਬੈਂਕ ਦੇ ਕੋਲੋਂ, ਜੋ ਵੀ ਸਾਡੀ ਸੈਂਟਰ ਗੌਰਮੈਂਟ ਦੀ ਬੈਂਕ ਹੈ ਉਸ ਦੇ ਕੋਲੋਂ ਬੋਰੋ ਮਨੀ ਕਰਜ਼ੇ ਲੈ ਕੇ ਆਪਣੇ
ਸਟੇਟ ਦਾ ਵਰਕ ਚਲਾ ਸਕੀਏ। ਅਗਰ ਅਸੀਂ ਪ੍ਰੈਜੈਂਟ ਟਾਈਮ 'ਤੇ ਦੇਖੀਏ ਕਿ ਪ੍ਰੈਜੈਂਟ ਟਾਈਮ 'ਤੇ ਸਾਡੇ ਪੰਜਾਬ ਦੇ ਸਿਰ 'ਤੇ 2,40,000 ਕਰੋੜ ਰੁਪਇਆ ਕਰਜ਼ਾ ਹੈਗਾ ਏ, ਜੋ ਕਿ ਸਾਡੇ ਪੀਪਲਸ ਨੂੰ ਜੋ ਫੈਸਿਲਿਟੀਜ਼ ਵਗੈਰਾ ਜਾਂ ਸਾਡੇ ਡਿਵੈਲਪਮੈਂਟ ਵਗੈਰਾ ਕੀਤੀ ਜਾਂਦੀ ਹੈ, ਇਸ ਨੂੰ ਪੂਰਾ ਕਰਨ ਵਾਸਤੇ ਲਿਆ ਗਿਆ ਏ। ਨੈਕਸਟ ਸਾਡੇ ਕੋਲ ਆ ਜਾਂਦਾ ਐਡਮਿਨਿਸਟਰ ਕੋਰਟਸ, ਕਿ ਸਾਡੀਆਂ ਜੋ ਵੀ ਕੋਰਟਸ ਅਦਾਲਤਾਂ ਨੇ ਉਹਨਾਂ ਦਾ ਪ੍ਰਬੰਧ ਕਰਨਾ, ਪ੍ਰਸ਼ਾਸਨਿਕ ਪ੍ਰਬੰਧ ਕਰਨਾ। ਮੇਕ ਐਂਡ ਐਨਫੋਰਸ ਲਾ, ਕਾਨੂੰਨ ਬਣਾਉਣਾ ਅਤੇ ਲਾਗੂ ਕਰਨਾ, ਇਹ ਵੀ ਦੋਨੋਂ ਕੰਮ ਸਟੇਟ ਔਰ ਸੈਂਟਰ ਗੌਰਮੈਂਟਸ ਕਰ ਸਕਦੀਆਂ ਨੇ। ਨੈਕਸਟ ਆ ਜਾਂਦਾ ਬੁਲੇਟ ਰੋਡਸ ਐਂਡ ਟਰਾਂਸਪੋਰਟ ਸਿਸਟਮ, ਕਿ ਆਪਣੀ ਸਟੇਟ ਦੇ ਵਿੱਚ ਔਰ ਜਾਂ ਸੈਂਟਰ ਪੂਰੇ ਦੇਸ਼ ਦੇ ਵਿੱਚ ਰੋਡਸ ਬਣਾਉਣੇ ਆ ਜਾਂ ਆਵਾਜਾਈ ਦੇ ਸਾਧਨਾਂ ਦਾ ਪ੍ਰਬੰਧ ਕਰਨਾ, ਉਹ ਦੋਨੋਂ ਗੌਰਮੈਂਟਸ ਰਲ ਕੇ ਕਰ ਸਕਦੀਆਂ ਨੇ। ਜਿਵੇਂ ਆਪਾਂ ਆਪਣੇ ਪੰਜਾਬ ਦੇ ਵਿੱਚ ਦੇਖੀਏ, ਜੋ ਕਾਫੀ ਵਾਈਡ ਰੋਡਸ ਹੁੰਦੇ ਆ ਜਿਨ੍ਹਾਂ ਦੇ ਉੱਪਰ NH ਲਿਖਿਆ ਹੁੰਦਾ ਹੈ। NH ਦਾ ਮਤਲਬ ਨੈਸ਼ਨਲ ਹਾਈਵੇ, ਜੋ ਕਿ ਸੈਂਟਰ ਵੱਲੋਂ ਬਣਾਏ ਜਾਂਦੇ ਆ। ਜੋ ਸਾਡੇ ਵਿਲੇਜ ਲੋਕਲ ਰੋਡਸ ਬਣੇ ਆ, ਉਹ ਸਾਡੀ ਸਟੇਟ ਗੌਰਮੈਂਟ ਵੱਲੋਂ ਬਣਾਏ ਜਾਂਦੇ ਆ। ਨੈਕਸਟ ਆ ਜਾਂਦਾ ਵਾ ਟੇਕ ਪ੍ਰਾਈਵੇਟ ਲੈਂਡ ਫਾਰ ਪਬਲਿਕ ਯੂਜ਼ ਐਂਡ ਯੂਜ਼ ਵਿਦ ਜਸਟ ਕੰਪੈਨਸੇਸ਼ਨ ਦਾ ਮਤਲਬ ਹੁੰਦਾ ਮੁਆਵਜ਼ਾ ਦੇਣਾ। ਮਤਲਬ ਕੋਈ ਵੀ ਸਾਡੀ ਪ੍ਰਾਈਵੇਟ ਲੈਂਡ ਮਤਲਬ ਕਿਸੇ ਦੀ ਨਿੱਜੀ ਸੰਪੱਤੀ ਹੈ, ਜਿਹੜੀ ਸਰਕਾਰੀ ਕੰਮ ਦੇ ਯੂਜ਼ ਵਾਸਤੇ, ਪਬਲਿਕ ਦੀ ਵੈਲਫੇਅਰ ਵਾਸਤੇ, ਉੱਥੇ ਕੋਈ ਟ੍ਰੇਨ ਦੀ ਲਾਈਨ ਲੰਘ ਰਹੀ ਆ, ਏਅਰਪੋਰਟ ਬਣ ਰਿਹਾ ਹੈ ਜਾਂ ਹੌਸਪੀਟਲ ਜਾਂ ਗੌਰਮੈਂਟ ਦੀ ਕੋਈ ਵੀ ਇੰਸਟੀਟਿਊਸ਼ਨ ਉੱਥੇ ਬਣਾਉਣੀ ਆ, ਸਰਕਾਰ ਸਾਡੀ ਜ਼ਮੀਨ ਸਾਡੀ ਲੈਂਡ ਲੈ ਸਕਦੀ ਹੈ, ਪਰ ਉਸ ਦੇ ਵਾਸਤੇ ਸਾਨੂੰ ਕੰਪੈਨਸੇਸ਼ਨ, ਸਾਨੂੰ ਮੁਆਵਜ਼ਾ ਦੇਣਾ ਪਏਗਾ। ਇਹ ਮੁਆਵਜ਼ਾ ਉਹੀ ਦੇਗਾ ਜੇਕਰ ਸੈਂਟਰ ਗੌਰਮੈਂਟ ਨੇ ਸਾਡੀ ਲੈਂਡ ਲਈ ਆ, ਫਿਰ ਸੈਂਟਰ ਗੌਰਮੈਂਟ ਸਾਨੂੰ ਪੈਸਾ ਦੇਗੀ। ਜੇਕਰ ਸਟੇਟ ਨੇ ਲਈ ਆ, ਸਟੇਟ ਗੌਰਮੈਂਟ ਸਾਨੂੰ ਪੈਸਾ ਦੇਗੀ। ਚਾਰਟਰ ਬੈਂਕ ਐਂਡ ਕੋਆਪਰੇਸ਼ਨ ਮਤਲਬ ਸਾਡੀਆਂ ਜੋ ਸੁਸਾਇਟੀ ਵਗੈਰਾ ਇਹਨਾਂ ਦੇ ਨਾਲ ਸਹਿਯੋਗ ਦੇ ਨਾਲ ਕਿਸਾਨਾਂ ਦੀ ਜਾਂ ਦੇਸ਼ ਦੇ ਵਿੱਚ ਜੋ ਨਿਚਲੇ ਵਰਗ ਨੇ ਉਹਨਾਂ ਦੀ ਸਹਾਇਤਾ ਵਾਸਤੇ ਇਹਨਾਂ ਬੈਂਕਸ ਦੀ ਜਾਂ ਸੁਸਾਇਟੀਆਂ ਦੀ ਸਥਾਪਨਾ ਕਰਨਾ। ਸੋ ਦੀਜ਼ ਆਰ ਦਾ list of the works that were distributed in different levels. So first state government, first central, second state, third concurrent, means issues or subjects that are common for both national and state governments. So this is the lesson for today, and if you face any kind of problem in the lesson, you can ask me anytime. Thanks. Have a nice day. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।